ਗੁਰ ਦਇਆਲ ਸਮਰੱਥ ਗੁਰ, ਗੁਰ ਨਾਨਕ ਪਤਿਤ ਉਦਾਹਰਣ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨ ਛੋਹ ਪ੍ਰਾਪਤ ਸਥਾਨ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਦਿੱਲੀ ਵਿਖੇ ਆਪ ਸਰਬੱਤ ਸੰਗਤਾਂ ਹਾਜ਼ਰੀਨ ਹੋ। ਗੁਰੂ ਕੇ ਵਜ਼ੀਰ ਪਾਸੋਂ ਆਪ ਸੰਗਤ ਨੇ ਤੁਰਕੀ ਬਾਣੀ ਦਾ ਫੁਰਮਾਨ ਸਰਵਣ ਕੀਤਾ ਹੈ। ਆਓ ਜਪਜੀ ਸਾਹਿਬ ਦੀ ਅਗੰਮੀ ਵਿਆਖਿਆ ਦੇ ਨਾਲ ਜੁੜ ਕਰਕੇ ਆਪਣੇ ਸਮੇਂ ਨੂੰ, ਜੀਵਨ ਨੂੰ ਸਫਲਾ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਰਮ ਖੰਡ ਕਾ ਇਹੋ ਧਰਮ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ। ਭਾਰਤ ਵਰਸ਼ ਦੇ ਵਿੱਚ ਜੋ ਬੜੀ ਵਿਦਵਾਨ ਜਮਾਤ ਸੀ ਸਿੱਧ ਜਨਾਂ ਦੀ, ਉਹਨਾਂ ਦੇ ਸਨਮੁਖ ਉਹਨਾਂ ਦੀ ਭਲਾਈ ਲਈ, ਮਨੁੱਖਤਾ ਦੇ ਭਲੇ ਲਈ ਜਪਜੀ ਸਾਹਿਬ ਬਾਣੀ ਪ੍ਰਗਟ ਕਰਦੇ ਨੇ। ਔਰ ਉੱਥੇ ਸਿੱਧਾਂ ਦੇ ਨਾਲ ਸਵਾਲ ਜਵਾਬ ਹੁੰਦੇ ਨੇ। ਮਹਾਰਾਜ ਪਾਤਸ਼ਾਹ ਇੱਥੇ ਗਿਆਨ ਖੰਡ ਦੀ ਬਾਤ ਕਰਦੇ ਨੇ। ਪੰਜਾਂ ਖੰਡਾਂ ਦਾ ਜ਼ਿਕਰ ਇਸ ਪਾਵਨ ਬਾਣੀ ਵਿੱਚ ਪਾਤਸ਼ਾਹ ਨੇ ਕੀਤਾ ਹੈ। ਪਹਿਲਾ ਧਰਮ ਖੰਡ ਹੈ, ਦੂਸਰਾ ਗਿਆਨ ਖੰਡ ਹੈ, ਤੀਸਰਾ ਸਰਮ ਖੰਡ ਹੈ, ਫਿਰ ਚੌਥਾ ਕਰਮ ਖੰਡ ਹੈ ਤੇ ਪੰਜਵਾਂ ਸੱਚ ਖੰਡ ਹੈ। ਖੰਡ ਦਾ ਮਤਲਬ ਗ੍ਰੰਥ ਦਾ ਹਿੱਸਾ ਵੀ ਹੈ, ਗ੍ਰੰਥ ਦੇ ਭਾਗ ਨੂੰ ਵੀ ਕਹਿ ਦਿੰਦੇ ਨੇ, ਦੇਸ਼ ਨੂੰ ਵੀ ਕਹਿ ਦਿੰਦੇ ਨੇ, ਧਰਤੀ ਦੇ ਟੁਕੜੇ ਨੂੰ ਵੀ ਕਹਿ ਦਿੰਦੇ ਨੇ। ਇੱਥੇ ਖੰਡ ਦਾ ਭਾਵ ਹੈ ਕਾਂਡ, ਭੂਮਿਕਾ, ਦਰਜਾ, ਮੰਜ਼ਿਲ। ਵੱਖ-ਵੱਖ ਜੋ ਸਾਧਕ ਦੀਆਂ ਅਵਸਥਾਵਾਂ ਨੇ। ਸੋ ਜਿਹੜਾ ਧਰਮ ਖੰਡ ਹੈ, ਜਿਹਦਾ ਜ਼ਿਕਰ ਪਿਛਲੀ ਪੌੜੀ ਵਿੱਚ ਹੋ ਚੁੱਕਿਆ ਹੈ, ਧਰਮ ਲਫ਼ਜ਼ ਧਰੀ ਧਾਤੂ ਤੋਂ ਬਣਦਾ ਹੈ। ਧਰੀ ਦਾ ਮਤਲਬ ਹੈ ਸਹਾਰਾ ਦੇਣਾ, ਧਾਰ ਲੈਣਾ। ਇਹ ਜੋ ਧਰਤੀ ਹੈ, ਇਹ ਜੋ ਖੰਡ ਬ੍ਰਹਿਮੰਡ ਨੇ, ਇਹ ਇੱਕ ਨਿਯਮ ਦੇ ਸਹਾਰੇ ਬੱਝੇ ਹੋਏ ਨੇ। ਦੇਖੋ, ਕੋਈ ਵੀ ਸੰਸਥਾ ਹੈ ਇੱਕ ਨਿਯਮ ਦੇ ਤਹਿਤ ਹੀ ਚੱਲੇਗੀ, ਡਿਸਿਪਲਿਨ ਨਾਲ ਹੀ ਚੱਲੇਗੀ, ਨਹੀਂ ਤੇ ਆਪੋ ਤਾਪੀ ਪੈ ਜਾਂਦੀ ਹੈ। ਇਹ ਕੁਦਰਤ ਵੀ ਉਹਦੇ
ਹੁਕਮ ਵਿੱਚ ਚੱਲਦੀ ਹੈ। ਸ੍ਰਿਸ਼ਟੀ ਨੂੰ ਚਲਾਉਣ ਵਾਲਾ ਜੋ ਪ੍ਰਮਾਤਮਾ ਦਾ ਨਿਯਮ ਹੈ, ਪ੍ਰਮਾਤਮਾ ਦਾ ਹੁਕਮ ਹੈ, ਜੋ ਪ੍ਰਮਾਤਮਾ ਦਾ ਸ਼ਬਦ ਹੈ, ਉਹਨੂੰ ਵੀ ਧਰਮ ਕਹਿੰਦੇ ਨੇ। ਜਿਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ, ਧਰਮ ਕਲਾ ਹਰ ਬੰਦ ਬਹਾਲੀ। ਕਲਾ ਦੇ ਨਾਲ, ਅਜ਼ਮਤ ਦੇ ਨਾਲ, ਹੁਕਮ ਦੇ ਨਾਲ ਇਹ ਦੁਨੀਆ ਉਸਨੇ ਬੰਨੀ ਹੋਈ ਹੈ, ਚਲਾ ਰਿਹਾ ਹੈ। ਧਰਮ ਦਾ ਦੂਸਰਾ ਅਰਥ ਹੈ ਧਰਮ ਰਾਜਾ, ਜੋ ਪ੍ਰਮਾਤਮਾ ਵੱਲੋਂ ਨਿਆਂ ਕਰਨ ਦੇ ਲਈ ਦਰਗਾਹ ਦੇ ਵਿੱਚ ਟਿਕਾਇਆ ਹੋਇਆ ਹੈ। ਜਿਵੇਂ ਸਥੂਲ ਸਰੀਰ ਕੋਈ ਗੁਨਾਹ ਕਰੇ ਇਸ ਮਾਤ ਲੋਕ ਤੇ ਉਹਦਾ ਨਿਆਂ ਕਟਹਿਰੇ ਵਿੱਚ, ਦਰਗਾਹ ਦੇ ਵਿੱਚ ਹੁੰਦਾ ਹੈ, ਔਰ ਉੱਥੇ ਇੱਕ ਜੱਜ ਬਹਿੰਦਾ ਹੈ। ਜੱਜ ਦੇ ਸਾਹਮਣੇ ਫਿਰ ਵਕੀਲ ਦਲੀਲਾਂ ਦਿੰਦੇ ਨੇ। ਨੇਕ ਨਾਮੀ ਹੋਇਆ ਬਚਾਅ ਹੋ ਜਾਂਦਾ ਹੈ, ਭੈੜਾ ਕਰਮ ਕੀਤਾ ਹੋਇਆ ਸਜ਼ਾ ਹੋ ਜਾਂਦੀ ਹੈ। ਇੱਦਾਂ ਹੀ ਸੂਖਸ਼ਮ ਸਰੀਰ ਜੋ ਨਜ਼ਰੀ ਨਹੀਂ ਆਉਂਦਾ, ਜਿਹਦੇ ਕਾਰਨ ਇਹ ਸਥੂਲ ਸਰੀਰ ਮਿੱਟੀ ਦਾ ਚੱਲ ਰਿਹਾ ਹੈ, ਉਹਦੇ ਕੀਤੇ ਹੋਏ ਪਾਪਾਂ ਦੀ ਸਜ਼ਾ ਦਰਗਾਹ ਵਿੱਚ ਮਿਲਦੀ ਹੈ। ਦਰਗਾਹ ਮਜਲਿਸ ਹੈ ਪਰਮਾਤਮਾ ਦੀ, ਜਿੱਥੇ ਜੱਜ ਧਰਮ ਰਾਜਾ ਬਹਿੰਦਾ ਹੈ। ਉੱਥੇ ਫਿਰ ਜਿਹੜੇ ਚਿੱਤਰਗੁਪਤ ਨੇ ਉਹ ਵਕੀਲ ਬਣ ਕੇ ਦਲੀਲਾਂ ਦਿੰਦੇ ਨੇ ਵੀ ਇਹਨੇ ਦੁਨੀਆ 'ਤੇ ਨੇਕ ਕਰਮ ਕੀਤੇ ਜਾਂ ਭੈੜੇ ਕਰਮ ਕੀਤੇ। ਧਰਮ ਰਾਏ ਨੂੰ ਹੁਕਮ ਹੈ, ਬਹਿ ਸੱਚਾ ਧਰਮ ਵਿਚਾਰ। ਇਸ ਗੱਲ ਨੂੰ ਸਮਝ ਲਿਓ, ਪਾਪ ਜਿਹੜੇ ਨੇ ਉਹ ਦੋ ਪ੍ਰਕਾਰ ਦੇ ਨੇ। ਇੱਕ ਉਹ ਹੈ ਜੋ ਮਨ ਦੇ ਤਲ 'ਤੇ ਹੈ, ਭੈੜਾ ਫੁਰਨਾ। ਇੱਕ ਉਹ ਹੈ ਜੋ ਤਨ ਦੇ ਤਲ 'ਤੇ ਹੈ, ਅਪਰਾਧ। ਹੁਣ ਇੱਕ ਮੈਲਾ ਫੁਰਨਾ ਪੈਦਾ ਹੁੰਦਾ ਹੈ ਵੀ ਮੈਂ ਕਤਲ ਕਰਨਾ ਹੈ। ਤਨ ਨੇ ਇਹ ਜਿਹੜਾ ਮਨ ਦਾ ਸੰਦੇਸ਼ਾ ਸੀ, ਮਨ ਦਾ ਫੁਰਨਾ ਸੀ, ਉਹਨੂੰ ਅਮਲੀ ਜਾਮਾ ਪਹਿਨਾਉਣ ਲਈ ਕਿਸੇ ਦਾ ਕਤਲ ਕਰ ਦਿੱਤਾ। ਸਥੂਲ ਸਰੀਰ ਨੇ ਗੁਨਾਹ ਕੀਤਾ, ਲੋਕਾਂ ਨੂੰ ਦਿਖ ਗਿਆ, ਸਥੂਲ ਸਰੀਰ ਨੂੰ ਸਜ਼ਾ ਮਿਲ ਗਈ, ਜੇਲ੍ਹ ਵਿੱਚ ਪਾ ਦਿੱਤਾ। ਕਈ ਵਾਰ ਮਨ ਦੇ ਫੁਰਨੇ ਨੂੰ ਅਮਲੀ ਜਾਮਾ ਸਰੀਰ ਨਹੀਂ ਪਹਿਨਾ ਸਕਦਾ, ਇੱਕ ਡਰ ਹੁੰਦਾ ਹੈ। ਹੁਣ ਉਹ ਜਿਹੜਾ ਮਨ ਦੇ ਤਲ 'ਤੇ ਭੈੜਾ ਫੁਰਨਾ ਸੀ, ਉਹਨੂੰ ਪਾਪ ਕਹਿੰਦੇ ਨੇ, ਸੂਖਸ਼ਮ। ਇਹ ਦੁਨੀਆ ਨੂੰ ਨਹੀਂ ਦਿਖਦਾ, ਇਹਦੀ ਸਜ਼ਾ ਫਿਰ ਦੁਨੀਆ ਨਹੀਂ ਦੇ ਸਕਦੀ, ਇਹਦੀ ਸਜ਼ਾ ਦਰਗਾਹ ਵਿੱਚ ਮਿਲਦੀ ਹੈ, ਧਰਮ ਰਾਜਾ ਦਿੰਦਾ ਹੈ। ਦੂਜਾ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ, ਅਧਿਆਤਮੀ ਹਰ ਗੁਣ ਤਾਸ ਮਨ, ਜਪ ਹੈ ਏਕ ਮੁਰਾਰ, ਤਿਨ ਕੀ ਸੇਵਾ ਧਰਮ ਰਾਏ ਕਰੈ, ਧਨ ਸਵਾਰਨ ਹਾਰ। ਧਰਮ ਰਾਜੇ ਨੂੰ ਹੁਕਮ ਹੈ ਵੀ ਜਿਹੜੇ ਦੁਸ਼ਟ ਲੋਕ ਨੇ, ਜਿਹੜੇ ਪ੍ਰਮਾਤਮਾ ਦੇ ਗੀਤ ਨਹੀਂ ਗਾਉਂਦੇ, ਉਹ ਤੇਰੀ ਸਰਕਾਰ ਨੇ, ਭਾਵ ਤੇਰੇ ਅਧੀਨ ਨੇ, ਉਹਨਾਂ ਦੇ ਸਿਰ 'ਤੇ ਤੇਰੀ ਕਾਰ ਹੈ, ਤੇਰਾ ਹੁਕਮ ਚੱਲੇਗਾ, ਉਹਨਾਂ ਨੂੰ ਸਜ਼ਾ ਦੇ। ਤੇ ਜਿਹੜੇ ਰੱਬ ਦੇ ਗੀਤ ਗਾਉਂਦੇ ਨੇ ਉਹਨਾਂ ਦੀ ਤੂੰ ਸੇਵਾ ਕਰ, ਉਹਨਾਂ ਦੇ ਅਧੀਨ ਚੱਲ। ਸੋ ਇਹ ਧਰਮ ਰਾਜਾ ਨਿਆਂ ਕਰਨ ਵਾਲਾ ਹੈ ਪ੍ਰਮਾਤਮਾ ਦੇ ਹੁਕਮ ਵਿੱਚ। ਸੋ ਇਹ ਜੋ ਪਾਪ ਹੈ, ਜੋ ਅਪਰਾਧ ਹੈ, ਇਹਦੀ ਸਜ਼ਾ ਜ਼ਰੂਰ ਮਿਲਦੀ ਹੈ। ਇਸ ਗੱਲ ਦਾ ਖਿਆਲ ਰੱਖਿਓ। ਜੋ ਸੂਖਸ਼ਮ ਸਰੀਰ ਦੇ ਕੀਤੇ ਹੋਏ ਕਰਮਾਂ ਦਾ ਹਿਸਾਬ ਕਰਦਾ ਹੈ, ਉਹਨੂੰ ਵੀ ਧਰਮ ਕਹਿੰਦੇ ਨੇ, ਰਾਜਾ ਕਹਿੰਦੇ ਨੇ। ਤੀਸਰਾ ਧਰਮ ਦਾ ਅਰਥ ਹੈ ਨੇਕ ਕਰਮ, ਸ਼ੁਭ ਕਰਮ, ਇਨਸਾਨੀਅਤ, ਨੇਕੀ, ਭਲਾਈ, ਖਿਮਾ ਆਦਿਕ। ਜਿਵੇਂ ਬਾਣੀ 'ਚ ਆਉਂਦਾ ਹੈ ਨਾ, ਨਹਿ ਬਿਲੰਬ ਧਰਮੰ ਬਿਲੰਬ ਪਾਪੰ। ਜੇ ਮਨ ਵਿੱਚ ਫੁਰਨਾ ਆਵੇ ਨਾ ਵੀ ਧਰਮ ਕਰ, ਕਿਸੇ ਗਰੀਬ ਨੂੰ ਵਸਤਰ ਦੇ ਦੇ, ਕਿਸੇ ਭੁੱਖੇ ਦੀਆਂ ਆਂਦਰਾਂ ਦੀ ਤਪਸ਼ ਮਿਟਾ ਦੇ, ਰੋਟੀ ਦਾਨ ਕਰ ਦੇ। ਕਹਿੰਦੇ ਚੰਗਾ ਕਰਮ ਕਰਨ ਲੱਗਾ ਸਮਾਂ ਨਾ ਲਾਇਆ ਕਰ, ਪਤਾ ਨਹੀਂ ਕਦੋਂ ਫੁਰਨਾ ਬਦਲ ਜਾਵੇ, ਕਦੋਂ ਮਨ ਬੇਈਮਾਨ ਹੋ ਜਾਵੇ, ਵੀ ਰਹਿਣ ਦੀ ਇਹ ਕੀ ਲੋੜ ਹੈ ਦਇਆ ਸੰਤੋਖ ਧਾਰਨ ਦੀ।
ਤੇ ਜਦੋਂ ਮੈਲਾ ਫੁਰਨਾ ਆਵੇ, ਕਿਸੇ ਦਾ ਹੱਕ ਮਾਰਨਾ ਹੈ, ਮੁਰਦਾਰ ਖਾਣਾ ਹੈ, ਉਦੋਂ ਕਹਿੰਦੇ ਦੇਰੀ ਲਾਇਆ ਕਰ, ਢਿੱਲ ਕਰਿਆ ਕਰ। ਕੀ ਪਤਾ ਹੈ ਕੁਝ ਸਮਾਂ ਰੁਕ ਜਾਵੇਂ ਤੇ ਭੈੜਾ ਫੁਰਨਾ ਜਾਂਦਾ ਰਵੇ, ਪਾਪ ਤੋਂ ਬਚ ਜਾਵੇਂ। ਚੌਥਾ ਭਾਵ ਧਰਮ ਦਾ ਹੈ, ਜਿਵੇਂ ਕੋਈ ਵਿਸ਼ੇਸ਼ ਗੁਣ ਹੈ। ਫੁੱਲ ਦਾ ਧਰਮ ਕੀ ਹੈ? ਫੁੱਲ ਦਾ ਗੁਣ ਕੀ ਹੈ? ਕੋਮਲਤਾ, ਖੁਸ਼ਬੋਈ ਵੰਡਣੀ। ਪੱਥਰ ਦਾ ਧਰਮ ਕੀ ਹੈ? ਕਠੋਰਤਾ। ਇਨਸਾਨ ਦਾ ਧਰਮ ਕੀ ਹੈ? ਇਨਸਾਨੀਅਤ, ਦਇਆ, ਗਰੀਬੀ। ਇੱਕ ਬੜੇ ਵੱਡੇ ਵਿਦਵਾਨ ਫਾਰਸੀ ਦੇ ਹੋਏ ਨੇ ਸ਼ੇਖ ਸਾਦੀ, ਕਵੀ ਵੀ ਨੇ, ਮਹਾਤਮਾ ਵੀ ਨੇ। ਕਈ ਵਾਰ ਅਸੀਂ ਵਿਦਵਤਾ ਤੇ ਹਾਸਲ ਕਰ ਲੈਂਦੇ ਹਾਂ, ਪਰ ਗਿਆਨ ਜੀਵਨ ਵਿੱਚ ਨਹੀਂ ਢਾਲਿਆ ਹੁੰਦਾ, ਕੇਵਲ ਉਪਦੇਸ਼ਕ ਬਣ ਕੇ ਰਹਿੰਦੇ ਹਾਂ। ਕੁਝ ਐਸੇ ਲੋਕ ਹੁੰਦੇ ਨੇ ਜੋ ਚਤੁਰਬਗਤਾ ਤੇ ਨੇ, ਗਿਆਨੀ ਤੇ ਨੇ, ਪਰ ਆਪਣੇ ਜੀਵਨ ਵਿੱਚ ਗਿਆਨ ਉਹਨਾਂ ਢਾਲਿਆ ਹੁੰਦਾ ਹੈ। ਸ਼ੇਖ ਸਾਦੀ ਇੱਦਾਂ ਦੇ ਪੁਰਸ਼ ਸਨ। ਫਾਰਸੀ ਵਿੱਚ ਕਹਿੰਦੇ ਨੇ, ਇਨਸਾਨ ਰਾ ਇਨਸਾਨੀਅਤ ਲਾਜ਼ਮਸਤ ਊਦ ਗਰਬੂ ਨਾਦਾਰਦ ਹੈਜ਼ਮਸਤ। ਕਹਿੰਦੇ ਇਨਸਾਨ ਉਹ ਹੈ ਜਿਹਦੇ ਵਿੱਚ ਇਨਸਾਨੀਅਤ ਦੇ ਗੁਣ ਨੇ, ਜਿਹਦੇ ਵਿੱਚ ਦਇਆ ਹੈ, ਖਿਮਾ ਹੈ। ਤੇ ਜੇ ਇਹ ਗੁਣ ਹੈ ਨਹੀਂ, ਬੰਦੇ ਵਿੱਚ ਤਰਸ ਹੀ ਹੈ ਨਹੀਂ, ਦਇਆ ਹੀ ਹੈ ਨਹੀਂ ਹੈ, ਤੇ ਕਹਿੰਦੇ ਉਹ ਇਨਸਾਨ ਨਹੀਂ ਹੈ। ਜੇ ਚੰਦਨ ਦੇ ਬੂਟੇ ਵਿੱਚ ਖੁਸ਼ਬੋਈ ਨਾ ਹੋਵੇ ਤੇ ਉਹਦਾ ਮੁੱਲ ਕਿਵੇਂ ਪਵੇਗਾ? ਉਹ ਚੰਦਨ ਥੋੜ੍ਹੀ ਹੈ, ਉਹ ਤੇ ਆਮ ਹੀ ਲੱਕੜੀ ਹੈ। ਤੋ ਬਥੇਰੀਆਂ ਲੱਕੜਾਂ ਨੇ, ਲੱਕੜਾਂ ਦੀ ਕਿੰਨੀ ਕੁ ਕੀਮਤ ਹੁੰਦੀ ਹੈ? ਕੁਝ ਵੀ ਨਹੀਂ। ਜੇ ਖੁਸ਼ਬੋਈ ਹੈ ਤੇ ਉਸੇ ਲੱਕੜ ਦੀ ਕੀਮਤ ਲੱਖਾਂ ਪੈ ਜਾਂਦੀ ਹੈ। ਇਸੇ ਤਰ੍ਹਾਂ ਹੀ ਜੇ ਮਨੁੱਖ ਵਿੱਚ ਦਇਆ ਨਹੀਂ ਹੈ, ਖਿਮਾ ਨਹੀਂ ਹੈ, ਤੋ ਇਨਸਾਨ ਨਹੀਂ ਹੈ, ਸ਼ੈਤਾਨ ਹੈ। ਉਹ ਤੇ ਪਸ਼ੂ ਦੀ ਨਿਆਈ ਹੈ। ਜਿਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ ਨਾ, ਕਰਤੂਤ ਪਸ਼ੂ ਕੀ ਮਾਨਸ ਜਾਤ। ਪਸ਼ੂ ਦਾ ਕੀ ਸੁਭਾਅ ਹੈ? ਜਦੋਂ ਖੁਰਲੀ ਤੇ ਵੱਜਦਾ ਹੈ ਨਾ, ਆਪਣਾ ਚਾਰਾ ਖਾ ਲੈਂਦਾ ਤੇ ਦੂਜੇ ਨੂੰ ਢੁੱਡਾ ਮਾਰਦਾ, ਸਿੰਗ ਫਸਾਉਂਦਾ ਵੀ ਉਹਦਾ ਚਾਰਾ ਵੀ ਖਾ ਲਵਾਂ। ਉਹ ਤਾਂ ਹੀ ਮਾਲਕ ਸੰਗਲ ਨਾਲ ਬੰਨ੍ਹ ਕੇ ਰੱਖਦੇ ਨੇ। ਤੇ ਜਿਹੜਾ ਬੰਦਾ ਆਪਣਾ ਹੱਕ ਖਾਂਦਾ ਹੈ, ਕਿਰਤ ਕਮਾਈ ਕਰਦਾ ਹੈ, ਉਹ ਤੇ ਠੀਕ ਹੈ। ਤੋ ਆਪਣਾ ਹੱਕ ਖਾਣ ਤੋਂ ਬਾਅਦ ਗਵਾਂਢੀ ਦਾ ਹੱਕ ਮਾਰੇ, ਮੁਰਦਾਰ ਖਾਵੇ, ਉਹ ਵੇਖਣ ਨੂੰ ਦੋਹਾਂ ਲੱਤਾਂ ਵਾਲਾ ਬੰਦਾ ਹੈ ਉਹਦੀ ਕਰਤੂਤ ਸਾਰੀ ਪਸ਼ੂ ਵਾਲੀ। ਹੋਰ ਪਸ਼ੂ ਕੀ ਕਰਦਾ ਹੈ? ਚਾਰਾ ਖਾਈ ਜਾਂਦਾ ਪੇਟ ਭਰ ਕੇ। ਤੋ ਬੰਦਾ ਵੀ ਜਿਹੜਾ ਹਟਦਾ ਹੀ ਨਹੀਂ ਹੈ ਖਾਣੋਂ, ਖੁਰਾਕ ਓਨੀ ਲੈ ਜਿਹਦੇ ਨਾਲ ਸਰੀਰ ਚੱਲਦਾ ਰਹੇ। ਪਸ਼ੂ ਖਾ ਕੇ ਸੁੱਤਾ ਰਹਿੰਦਾ ਹੈ, ਤੂੰ ਖਾ ਕੇ ਸੌਂ ਜਾਣਾ, ਰੱਬ ਦੇ ਗੀਤ ਨਹੀਂ ਗਾਉਂਦਾ। ਪਸ਼ੂ ਵਾਸ਼ਨਾ ਵਿੱਚ ਔਲਾਦ ਪੈਦਾ ਕਰਦਾ ਹੈ, ਕਾਮੀ ਬਣਿਆ ਰਹਿੰਦਾ ਹੈ। ਬੰਦਾ ਵੀ ਔਲਾਦ ਪੈਦਾ ਕਰ ਲੈਂਦਾ। ਕੀ ਵੱਖਰਾ ਕਰ ਰਿਹਾ ਹੈ ਪਸ਼ੂ ਨਾਲੋਂ? ਵੱਖਰਾਪਨ ਇਹ ਸੀ ਵੀ ਪਸ਼ੂ ਨੂੰ ਸੋਝੀ ਨਹੀਂ ਹੈ, ਉਹ ਰੱਬ ਦੇ ਗੀਤ ਗਾ ਕੇ ਜੀਵਨ ਸਫਲਾ ਨਹੀਂ ਕਰ ਸਕਦਾ। ਤੈਨੂੰ ਮਨੁੱਖਾ ਜਾਮਾ ਮਿਲਿਆ ਸੀ, ਭਈ ਪਾਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਤੂੰ ਰੱਬ ਦੇ ਗੀਤ ਗਾਏ ਹੀ ਨਾ, ਤਾਂ ਮਹਾਰਾਜ ਕਹਿੰਦੇ ਕਰਤੂਤ ਸਾਰੀ ਪਸ਼ੂ ਵਾਲੀ ਹੈ। ਜਾਮਾ ਚਾਹੇ ਬੰਦੇ ਦਾ ਮਿਲ ਗਿਆ, ਇਹਨੂੰ ਜਾਤ ਮਾਨਸ ਵਾਲੀ ਬਣ ਗਈ ਹੈ। ਇੱਕ ਇੰਗਲਿਸ਼ ਦਾ ਟੀਕਾਕਾਰ ਕਹਿੰਦਾ ਹੈ, ਦੇ ਬਿਲੋਂਗ ਟੂ ਦਾ ਹਿਊਮਨ ਸਪੀਸ਼ੀਜ਼ ਬਟ ਦੇ ਐਕਟ ਲਾਈਕ ਐਨੀਮਲਸ। ਬੰਦੇ ਤੇ ਬਣਾ ਦਿੱਤੇ ਰੱਬ ਨੇ, ਕਿਉਂਕਿ 84 ਦਾ ਗੇੜ ਮੁੱਕ ਗਿਆ ਸੀ। ਕਰਤੂਤ ਪਸ਼ੂ ਵਾਲੀ ਰਹੀ। ਤੋ ਪਸ਼ੂ ਵਾਲਾ ਸੁਭਾਅ ਕਿਉਂ ਹੈ? 84 ਲੱਖ ਜੂਨਾਂ ਦੇ ਦਰਮਿਆਨ ਬਹੁਤਾ ਸਮਾਂ ਰਿਹਾ ਹੀ ਪਸ਼ੂ ਹੈ। ਸਰੀਰ ਬਦਲ ਗਿਆ, ਹਰਕਤਾਂ ਨਹੀਂ ਬਦਲੀਆਂ। ਤੋ ਹਰਕਤਾਂ ਬਦਲਣ ਦੇ ਲਈ ਰੱਬ ਦੇ ਗੀਤ ਗਾਉਣੇ ਪੈਂਦੇ ਨੇ, ਫਿਰ ਇਨਸਾਨ ਬਣਾਂਗੇ। ਸੋ ਇਹ ਧਰਮ ਦਾ ਹੀ ਲੱਛਣ ਹੈ, ਨੇਕ ਨਾਮੀ ਹੋਣਾ, ਇਨਸਾਨੀਅਤ ਦੇ ਧਾਰਨੀ ਬਣਨਾ। ਪੰਜਵਾਂ ਧਰਮ ਦਾ ਅਰਥ ਹੈ ਮਜ਼ਹਬ, ਦੀਨ, ਧਰਮ। ਜਿਵੇਂ ਸਿੱਖ ਧਰਮ ਹੈ, ਹਿੰਦੂ ਧਰਮ ਹੈ, ਸਨਾਤਨ ਮਤ, ਇਸਲਾਮ ਧਰਮ ਹੈ,
ईसाई मत है, यहूदी ने, बोधी ने, जैनी ने, बड़े धर्म ने दुनिया ते। आपो अपने धर्म की मर्यादा जदों इंसान धारदा है तो वह परलोक का सुख माणदा है, उसका जीवन सफला हो जाता है। एक महापुरुष होए ने जैमिनी रिखी, संस्कृत दे उन्हां दे बोल ने नोधन लक्षणों अर्थो धर्म। वो कहते ने धर्म का अर्थ है जिस तो शस्त्र की आग्या का लक्षण प्रतीत होवे। सनातन मत किहदे अकॉर्डिंग जीवन बतीत करता है? शास्त्रां दे अकॉर्डिंग। सिख किहदे मुताबक जीवन बतीत करते हैं? रहतनामियां दे अकॉर्डिंग। इस्लाम दे लोग मुहम्मद जी की हदीस के अकॉर्डिंग जन्म बतीत करते हैं। तो आपो अपने धर्म के ਜਿਹੜੇ ਮਰਿਆਦਾ ਦੇ ਗ੍ਰੰਥ ਨੇ, ਜਿਹੜਾ ਉਹਨਾਂ ਦੇ ਅਕੋਰਡਿੰਗ ਜੀਵਨ ਬਤੀਤ ਕਰਦਾ ਹੈ, ਸਮਝ ਪੈ ਜਾਂਦੀ ਹੈ ਵੀ ਇਹ ਆਪਣੇ ਧਰਮ ਦੇ ਹਿਸਾਬ ਨਾਲ ਚੱਲਦਾ ਹੈ। ਇਹੀ ਧਰਮ ਦਾ ਅਰਥ ਹੈ, ਧਰਮ ਦੀ ਮਰਿਆਦਾ ਵਿੱਚ ਚੱਲਣਾ। ਤੇ ਧਰਮ ਦਾ ਸਰੂਪ ਵੀ ਸੰਸਕ੍ਰਿਤ ਵਿੱਚ ਇਹ ਮਿਲਦਾ ਹੈ, ਯਤੋ ਅਬ ਉਧਿਆ ਨੇਹ ਸੇ ਸਿੱਧਿਆ ਸਾ ਧਰਮ। ਵਿਦਵਾਨ ਕਹਿੰਦੇ ਨੇ जिस तो प्रगट होवे मोख दी सिद्धि वो धर्म है। मुक्ति का रस्ता जिस तो हासिल हो जाए उन्होंने धर्म कहते हैं। सो तुसी बाणी विच पढ़ते हो ना, संत का मार्ग धर्म की पौड़ी कोवड भागी पाए। गुरुआं रहबरां पीरां दा जिहड़ा चलाया होया रस्ता है, वड्डियां भागां वाले उस रस्ते ते चल के मुक्ति हासिल करते हैं। रोगां सोगां तो 84 लाख जूनां तो मुक्त हो जाते हैं। कोट जन्म के किल बिख नासे, हर चरणी चित लाए। वो धर्म के रहबर के अकॉर्डिंग चल के परमात्मा के चरणों में चित ला के मुक्त हो जाते हैं। हुण धर्मां दे नां ते लड़ाई भी बड़ी है, झगड़े भी बड़े ने। मेरा धर्म उच्चा है, दूसरा कहता नहीं मेरा धर्म उच्चा है। और मैं हैरान इस गल तो है, एक दूजे दे रहबरां नूं गाली गलोच भी सारे करन लग पैंदे ने। तू श्री गुरु नानक देव महाराज नूं बुरा किया है, मैं मुहम्मद जी नूं बुरा आखांगा। तू मुहम्मद जी नूं बुरा किया है, मैं गुरु नानक साहिब नूं बुरा आखांगा। कोई कृष्ण जी नूं बुरा आख रहा है जो रामचंद्र दा फॉलोवर है, कोई जीसस क्राइस्ट नूं माड़ा आख रहा है, जीसस क्राइस्ट के फॉलोवर दूसरिਆਂ ਨੂੰ शैतान दस रहे ने। बड़ा झगड़ा है। एक शायर कहता है, खुदा के नाम पे जिस तरह लोग मर रहे हैं, दुआ करो कि अकेला खुदा ना रह जाए। कहता जिद्दां रब दे नां ते झगड़ रहे ने लोग, लगता है किसी धर्म ने रहना ही नहीं है, रब ही रहेगा कल्ला। एक गल नूं बड़े ध्यान नाल समझ ला, अपने भांडे नूं सलाउणा ठीक है, पर दूजे दे भांडे नूं भन्नणा ये धर्म नहीं हुंदा। कोई दो राय नहीं है। हिंदू लई श्री रामचंद्र श्री कृष्ण ही सब तो उच्चे ने। साडे सिखां दे लई सब ते वड्डा सतगुर नानक जिन कल राखी मेरी। गुरु नानक साहिब दसो पातशाहियां गुरु ग्रंथ साहिब ही सिरमौर ने। ईसाइयां दे लई जीसस क्राइस्ट सिरमौर ने। इस्लाम लई मुहम्मद जी सिरमौर ने। पर अपनी विचारधारा धक्के नाल दूजे ते थोपणी ये धर्म नहीं है, इंसानियत नहीं है। तुसी राम कहंदे हो, अल्लाह कहंदे हो, वाहिगुरू कहंदे हो, है एक परमेश्वर दे ही नाम सारे। खुदा नूं गाल कड्डोगे, वाहिगुरू नूं गाल कड्डोगे, राम नूं गाल कड्डोगे ते एक अकाल पुरख नूं ही गाली जांदी है। तो रब नूं गाल दित्तिआं उहदा ते कोई नुकसान नहीं है, ते तुहाडा अपना खुरा खोज मिट जाता है। उपर नूं थुक भी लओगे असमान वाल ते अपने मूँह ते ही पवेगा, उहदे ते की असर है। सो महाराज गुरु ग्रंथ साहिब नूं पुछिए जी सब तो उच्चा धर्म है किहड़ा है? कहंदे ऊची बाणी ऊचा होए।
ਊਤਮ ਸੰਗਤ ਊਤਮ ਹੋਏ। ਸਭ ਤੋਂ ਉੱਚਾ ਅਕਾਲ ਪੁਰਖ ਹੈ, ਪਰਮੇਸ਼ਵਰ ਹੈ, ਉਹਨੂੰ ਹੀ ਖੁਦਾ ਕਹਿੰਦੇ ਹੋ, ਰਮਿਆ ਰਾਮ ਕਹਿੰਦੇ ਹੋ, ਵਾਹਿਗੁਰੂ ਕਹਿੰਦੇ ਹੋ। ਉਹਦੀ ਬਾਣੀ, ਉਹਦੀ ਵਡਿਆਈ, ਉਹਦੀ ਜੈ ਜੈਕਾਰ ਜਿਹੜਾ ਕਰੇਗਾ ਉੱਚਾ ਹੋਏ। ਉੱਚੇ ਰੱਬ ਨਾਲ ਜੁੜ ਕੇ ਉੱਚਾ ਹੋ ਜਾਵੇਗਾ, ਉਹੀ ਉੱਚਾ ਧਰਮੀ ਹੈ। ਤੇ ਜਿਹੜਾ ਸੰਸਾਰ ਨਾਲ ਜੁੜੇਗਾ, ਵਿਕਾਰਾਂ ਨਾਲ ਜੁੜੇਗਾ, ਕਾਮ ਕ੍ਰੋਧ ਨਾਲ ਜੁੜੇਗਾ, ਉਹਦਾ ਨੀਵਾਂ ਧਰਮ ਹੈ, ਭਾਵ ਉਹ ਨੀਵਾਂ ਹੈ, ਉਹਦੀ ਮਰਿਆਦਾ ਨੀਵੀਂ ਹੈ। ਹੁਣ ਉੱਚਾ ਹਿੰਦੂ ਵੀ ਹੋ ਸਕਦਾ ਰੱਬ ਨਾਲ ਜੁੜ ਕੇ, ਮੁਸਲਮਾਨ ਵੀ ਹੋ ਸਕਦਾ, ਸਿੱਖ ਈਸਾਈ ਵੀ ਹੋ ਸਕਦਾ ਹੈ। ਤੇ ਜਿਹੜਾ ਆਪਣੇ ਧਰਮ ਦੇ ਨਿਯਮ ਨਹੀਂ ਅਪਣਾਉਂਦਾ, ਰੱਬ ਦੇ ਗੀਤ ਨਹੀਂ ਗਾਉਂਦਾ, ਉਹ ਕਿਸੇ ਧਰਮ ਦਾ ਵੀ ਜਾਮਾ ਪਾ ਲਵੇ, ਉਹ ਨੀਵਾਂ ਹੀ ਰਹੇਗਾ, ਉਹ ਉੱਚਾ ਨਹੀਂ ਹੋ ਸਕਦਾ। ਸਰਬ ਧਰਮ ਮਹਿ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸਭ ਤੋਂ ਉੱਚਾ ਧਰਮ ਇਹੀ ਹੈ, ਸ੍ਰੇਸ਼ਟ ਧਰਮ ਇਹੀ ਹੈ, ਪਰਮਾਤਮਾ ਦੇ ਗੀਤ ਗਾਉਣੇ, ਨਿਰਮਲ ਕਰਮ ਕਰਨੇ, ਸਤ ਸੰਤੋਖ ਦਇਆ ਧਰਮ ਖਿਮਾ ਦੇ ਧਾਰਨੀ ਬਣਨਾ। ਐਸਾ ਸੁਭਾਅ ਜਿਹਦਾ ਹੈ, ਦਿਆਲੂ ਜਿਹੜਾ ਹੈ, ਅਸਲ ਦੇ ਵਿੱਚ ਉਹੀ ਨੇਕ ਨਾਮੀ ਹੈ, ਉਹੀ ਧਰਮੀ ਹੈ। ਸੋ ਇਹ ਜਿਹੜਾ ਪਿਛਲੀ ਪੌੜੀ ਵਿੱਚ ਤੁਸੀਂ ਧਰਮ ਖੰਡ ਦਾ ਸਿਧਾਂਤ ਪੜ੍ਹ ਕੇ ਆਏ ਹੋ, ਇਹ ਜੀਵਨ ਯਾਤਰਾ ਦਾ ਆਰੰਭ ਹੈ, ਇਹ ਜੀਵਨ ਯਾਤਰਾ ਦਾ ਪਹਿਲਾ ਪੜਾਅ ਹੈ। ਇੱਥੇ ਹੀ ਸਾਧਕ ਦੀ ਕਰਮ ਸ਼ੁੱਧੀ ਹੁੰਦੀ ਹੈ। ਪਰਮਾਤਮਾ ਨੇ ਰਾਤਾਂ, ਦਿਨ, ਰੁੱਤਾਂ, ਥਿੱਤਾਂ ਅਤੇ ਵਾਰ ਬਣਾਏ, ਹਵਾ, ਪਾਣੀ, ਅੱਗ, ਪਾਤਾਲ ਬਣਾਏ, ਧਰਤੀ ਟਿਕਾ ਦਿੱਤੀ। ਔਰ ਇਸ ਧਰਤੀ ਨੂੰ ਧਰਮ ਕਮਾਉਣ ਦਾ ਸਥਾਨ ਬਣਾਉਣਾ ਕੀਤਾ ਹੈ। ਧਰਤ ਉਪਾਏ ਧਰੀ ਧਰਮਸ਼ਾਲਾ। ਹੁਣ ਜਿਹੜੀ ਇਹ ਧਰਮਸ਼ਾਲਾ ਹੈ, ਧਰਤੀ ਹੈ, ਇੱਥੇ ਅਨੇਕ ਪ੍ਰਕਾਰ ਦੇ ਜੀਵ ਜੰਤੂ ਪੈਦਾ ਕੀਤੇ ਨੇ। ਕਈ ਜੁਗਤੀਆਂ ਵਾਲੀ ਦੁਨੀਆ ਸਾਜੀ ਹੈ, ਕਈਆਂ ਸੁਭਾਵਾਂ ਦੇ ਜੀਵ ਪੈਦਾ ਕੀਤੇ ਨੇ। ਕੋਈ ਰਾਜਸੀ ਹੈ, ਕੋਈ ਤਾਮਸੀ ਹੈ, ਕੋਈ ਸਾਂਤਕੀ ਹੈ, ਕੋਈ ਤੁਰਿਆ ਅਵਸਥਾ ਵਾਲਾ ਹੈ। ਰਾਜਸੀ ਦਾ ਭਾਵ ਹੁੰਦਾ ਹੈ ਰਜੋ ਗੁਣ ਵਾਲਾ, ਮੋਹ ਵਿੱਚ, ਅਹੰਕਾਰ ਵਿੱਚ ਰਹਿਣ ਵਾਲਾ। ਸਾਂਤਕੀ ਹੁੰਦਾ ਠੰਡੇ ਸੁਭਾਅ ਵਾਲਾ, ਸ਼ਾਂਤ ਸੁਭਾਅ ਵਾਲਾ, ਦਇਆ ਖਿਮਾ ਵਾਲਾ ਜਿਸ ਦਾ ਸੁਭਾਅ ਹੈ। ਤਾਮਸੀ ਸੁਭਾਅ ਦੀ ਦੁਨੀਆ ਹੈ, ਬੜੇ ਕ੍ਰੋਧੀ ਹੋਣਗੇ, ਅਗਿਆਨੀ ਹੋਣਗੇ, ਪਾਪੀ ਹੋਣਗੇ। ਰਜਗੁਣ, ਤਮ ਗੁਣ, ਸਤ ਗੁਣ ਕਹੀਐ ਇਹ ਤੇਰੀ ਸਭ ਮਾਇਆ। ਇਉਂ ਤਿੰਨ ਪ੍ਰਕਾਰ ਦੀ ਸ੍ਰਿਸ਼ਟੀ ਪੈਦਾ ਕੀਤੀ ਹੈ। ਚੌਥੇ ਪਦ ਕੋ ਜੋ ਨਰ ਚੀਨੈ, ਤਿਨ ਹੀ ਪਰਮ ਪਦ ਪਾਇਆ। ਜਿਹੜਾ ਫਿਰ ਇਸ ਦੁਨੀਆ ਚੋਂ ਉੱਚੇ ਪਰਮਾਤਮਾ ਨਾਲ ਜੁੜ ਗਿਆ, ਉਹ ਚੌਥੀ ਪਦਵੀ ਹੈ ਮਹਾਂਪੁਰਸ਼ਾਂ ਵਾਲੀ, ਉਹ ਪਰਮ ਪਦਵੀ ਤੇ ਪਹੁੰਚ ਜਾਂਦਾ ਹੈ। ਹੁਣ ਰਾਜਸੀ, ਸਾਂਤਕੀ, ਤਾਮਸੀ ਦੁਨੀਆ ਵਿੱਚ ਕੋਈ ਚੰਗੇ ਕਰਮ ਕਰ ਰਿਹਾ ਹੈ, ਕੋਈ ਮੰਦੇ ਕਰਮ ਕਰ ਰਿਹਾ ਹੈ, ਕੋਈ ਸਕਾਮ ਕਰਮ ਕਰ ਰਿਹਾ ਹੈ ਕਾਮਨਾ ਸਹਿਤ, ਇੱਛਾ ਦੇ ਸਹਿਤ, ਕੋਈ ਨਿਸ਼ਕਾਮ ਕਰਮ ਕਰ ਰਿਹਾ ਹੈ ਇੱਛਾ ਤੋਂ ਬਿਨਾਂ, ਮਨੋਕਾਮਨਾ ਤੋਂ ਬਿਨਾਂ। ਕੋਈ ਨਿਖਿੱਧ ਕਰਮ ਕਰ ਰਿਹਾ ਹੈ, ਗੰਦੇ ਕਰਮ, ਵਰਜਿਤ ਕਰਮ, ਖੰਡਿਤ ਕਰਮ, ਕਤਲੋ ਗੈਰਤ ਮਚਾਉਣੀ, ਪਾਪ ਕਰਨਾ। ਹੁਣ ਧਰਮ ਖੰਡ ਕਰਮ ਕਰਨ ਦੀ ਥਾਂ ਸੀ, ਜੀਵ ਜੰਤੂ ਪੈਦਾ ਕਰ ਦਿੱਤੇ। ਧਰਮ ਖੰਡ ਵਿੱਚ ਸਮਝਣ ਦਾ ਯਤਨ ਕਰਿਓ, ਜੈਸਾ ਕਰਮ ਕਰੋਗੇ ਵੈਸਾ ਫਲ ਮਿਲੇਗਾ। ਮੰਨ ਲਓ ਦੋ ਬੰਦੇ ਨੇ, ਇੱਕ ਨੇ ਬੀਜ ਬੀਜਿਆ, ਬੜੀ ਮੁਸ਼ੱਕਤ ਘਾਲ ਕੇ ਸਾਂਭਿਆ। ਦੂਜੇ ਨੇ ਬੀਜ ਬੀਜਿਆ, ਬਹੁਤੀ ਮਿਹਨਤ ਨਹੀਂ ਕੀਤੀ। ਜਦੋਂ ਮੰਡੀ ਲੈ ਕੇ ਜਾਂਦੇ ਨੇ ਫਸਲ ਨੂੰ, ਜਿਹੜਾ ਬਹੁਤੀ ਮੁਸ਼ੱਕਤ ਘਾਲਦਾ ਉਹਨੂੰ ਫਲ ਵੱਧ ਮਿਲਿਆ, ਜਿੰਨੇ ਮਿਹਨਤ ਨਹੀਂ ਸੀ ਕੀਤੀ ਉਹਦਾ ਫਲ ਘਟ ਗਿਆ। ਜੋ ਮੈਂ ਕੀਆ ਸੋ ਮੈਂ ਪਾਇਆ, ਸਤਿਗੁਰ ਧਰਤੀ ਧਰਮ ਹੈ, ਤਿਸ ਵਿੱਚ ਜਿਹਾ ਕੋ ਬੀਜੈ ਤੇਹਾ ਫਲ ਪਾਏ। ਇਹ ਐਸੀ ਧਰਤੀ ਹੈ, ਜੈਸਾ ਬੀਜੋਗੇ ਤੈਸਾ ਫਲ ਪਾਓਗੇ। ਭਾਈ ਜੀ, ਕੰਡੇ ਬੀਜੋਗੇ ਤੇ ਦੁੱਖ ਹੀ ਮਿਲੇਗਾ। ਸੰਸਾਰ ਨਾਲ ਪਿਆਰ ਕਰੋਗੇ ਤੇ ਸੰਸਾਰ ਤੇ ਹੀ ਜੂਨਾਂ ਮਿਲਣਗੀਆਂ।
ਫੁੱਲ ਬਰਸਾਓਗੇ, ਖੁਸ਼ੀਆਂ ਵੰਡੋਗੇ ਤੇ ਖੁਸ਼ੀਆਂ ਮਾਣੋਗੇ। ਰੱਬ ਦੇ ਗੀਤ ਗਾਓਗੇ ਤੇ ਸੱਚਖੰਡ ਮਿਲੇਗਾ, ਨੇਕ ਨਾਮੀ ਬਣ ਜਾਓਗੇ। ਗੁਰ ਸਿੱਖੀ ਅੰਮ੍ਰਿਤ ਬੀਜਿਆ, ਤਿੰਨ ਅੰਮ੍ਰਿਤ ਫਲ ਹਰ ਪਾਏ। ਜਿਨ੍ਹਾਂ ਨਾਮ ਜਪਿਆ, ਨਾਮ ਦਾ ਬੀਜ ਬੀਜਿਆ, ਉਹਨਾਂ ਨੂੰ ਮੁਕਤੀ ਮਿਲੀ, ਪਰਮਾਤਮਾ ਰੂਪੀ ਫਲ ਮਿਲ ਗਿਆ। ਉਹਨਾਂ ਹਲਤ ਪਲਤ ਮੁਖ ਉਜਲੇ, ਓਏ ਹਰ ਦਰਗ ਹੈ ਸੱਚੀ ਪੈਨਾਏ। ਉਹਨਾਂ ਦਾ ਇਹ ਜੀਵਨ ਤੇ ਸਫਲਾ ਹੋਇਆ, ਦਰਗਾਹ ਦੇ ਵਿੱਚ ਵੀ ਉਹਨਾਂ ਨੂੰ ਸਿਰੋਂ ਪਾਏ ਮਿਲੇ ਨੇ। ਇੱਕ ਨਾ ਅੰਦਰ ਖੋਟ ਨਿਤ ਖੋਟ ਕਮਾਵੈ ਹੈ, ਉਹ ਜਿਹਾ ਬੀਜੇ ਤੇਹਾ ਫਲ ਖਾਏ। ਜਿਹੜੇ ਖੋਟੇ ਸਨ, ਰੱਬ ਦੇ ਗੀਤ ਨਹੀਂ ਗਾਏ, ਉਹਨਾਂ ਨੂੰ ਨਰਕ ਮਿਲ ਗਏ। ਜਾਂ ਸਤਿਗੁਰ ਸਰਾਫ ਨਦਰ ਕਰ ਦੇਖੈ, ਸਵਾਗੀਰ ਸਭ ਉਗੜ ਆਏ। ਗੁਰੂ ਜਿਹੜਾ ਹੈ ਨਾ, ਉਹ ਬੜਾ ਪਾਰਖੂ ਹੈ, ਉਹ ਸਰਾਫ ਹੈ। ਉਹ ਚੰਗੇ ਮੰਦੇ ਦੀ ਸਮਝ ਰੱਖਦਾ ਹੈ। ਜਿਵੇਂ ਸਰਾਫ ਨੂੰ ਕੱਚ ਤੇ ਹੀਰੇ ਦਾ ਫਰਕ ਪਤਾ ਹੈ, ਗੁਰਮੁਖਾਂ ਮਨਮੁਖਾਂ ਦੀ ਗੁਰੂ ਸਮਝ ਰੱਖਦਾ ਹੈ। ਮਨਮੁਖਾਂ ਨੂੰ ਨਰਕ ਤੇ ਗੁਰਮੁਖਾਂ ਨੂੰ ਸੱਚਖੰਡ ਮਿਲ ਜਾਂਦਾ ਹੈ। ਸੋ ਅਕਾਲ ਪੁਰਖ ਦੇ ਦਰ ਉੱਤੇ ਜਦੋਂ ਤੁਸੀਂ ਫਿਰ ਜਾਂਦੇ ਹੋ, ਇਸ ਧਰਤੀ ਦੇ ਕਮਾਏ ਹੋਏ ਕਰਮਾਂ ਦਾ ਹਿਸਾਬ ਹੁੰਦਾ ਹੈ। ਜੋ ਬੀਜਿਆ ਸੀ ਉਹਦਾ ਫਲ ਤੁਹਾਨੂੰ ਮਿਲਦਾ ਹੈ। ਮੰਦੇ ਕਰਮਾਂ ਵਾਲੇ ਨੂੰ ਪਰਲੋਕ ਵਿੱਚ ਸਜ਼ਾ ਮਿਲਦੀ ਹੈ। ਲੇਖਾ ਧਰਮ ਭਇਆ ਤਿਲ ਪੀੜੇ ਕਹਾਣੀ ਰਾਮ। ਧਰਮ ਰਾਏ ਨੇ ਲੇਖਾ ਕੀਤਾ, ਫਿਰ ਪਤਾ ਕੈਸੀ ਸਜ਼ਾ ਮਿਲਦੀ ਹੈ। ਜਦੋਂ ਤਿਲਾਂ ਦਾ ਤੇਲ ਲੈਣ ਜਾਂਦੇ ਹੋ, ਕਦੇ ਕੋਲੂ ਵੱਲ ਧਿਆਨ ਦਿਓ, ਪੀੜ ਪੀੜ ਕੇ ਪੀਸ ਪੀਸ ਕੇ ਤਿਲਾਂ ਦਾ ਤੇਲ ਕੱਢਿਆ ਜਾਂਦਾ ਹੈ। ਇਉਂ ਦਰਗਾਹ ਵਿੱਚ ਸੂਖਸ਼ਮ ਸਰੀਰ ਨੂੰ ਸਜ਼ਾ ਦਿੱਤੀ ਜਾਂਦੀ ਹੈ। ਜਿਵੇਂ ਗੰਨਾ ਪੀੜ ਕੇ ਰੋਹ ਕੱਢਦੇ ਆ ਨਾ, ਰਸ, ਇੱਦਾਂ ਨਰਕਾਂ ਵਿੱਚ ਪੀੜਿਆ ਜਾਂਦਾ ਹੈ। ਕਿਰਤ ਕਮਾਣੇ ਦੁੱਖ ਸਹੋ ਪ੍ਰਾਣੀ, ਅਨਕ ਜੋਨ ਭਰਮਾਇਆ। ਇਹਦੇ ਬਾਅਦ ਫਿਰ ਉਹਨੂੰ 84 ਲੱਖ ਜੂਨਾਂ ਵਿੱਚ ਭੇਜਿਆ ਜਾਂਦਾ। ਕੀੜੇ ਮਕੌੜਿਆਂ ਦੀਆਂ ਜੂਨਾਂ ਮਿਲ ਜਾਂਦੀਆਂ ਨੇ। ਕਾਊਂਟਲੈਸ ਰੀਇਨਕਾਰਨੇਸ਼ਨਸ, ਗਿਣਤੀ ਕੋਈ ਨਹੀਂ ਹੈ, ਇੰਨੀਆਂ ਜੂਨਾਂ ਵਿੱਚ ਆਉਣਾ ਪੈਂਦਾ ਹੈ। ਫਿਰ ਜਿਨ੍ਹਾਂ ਧਰਮ ਖੰਡ ਵਿੱਚ ਨੇਕ ਕਰਮ ਕੀਤੇ ਨੇ, ਪ੍ਰਭੂ ਦੀ ਬੰਦਗੀ ਕਰਕੇ ਕਰਮ ਸ਼ੁੱਧੀ ਕੀਤੀ ਹੈ, ਵਿਕਾਰਾਂ ਨੂੰ ਮਿਟਾ ਲਿਆ ਹੈ, ਵਿਕਾਰਾਂ ਦਾ ਤਿਆਗ ਕੀਤਾ ਹੈ, ਇੰਦਰੇ ਵਸ ਵਿੱਚ ਕੀਤੇ ਨੇ, ਮਨ ਨੂੰ ਕਾਬੂ ਵਿੱਚ ਕੀਤਾ ਹੈ, ਪਰਲੋਕ ਵਿੱਚ ਉਹ ਪ੍ਰਮਾਣਿਕ ਹੋ ਗਏ। ਉਹ ਪੰਚ ਅਖਵਾਏ, ਉਹ ਸੰਤ ਅਖਵਾਏ ਨੇ, ਸ਼੍ਰੋਮਣੀ ਅਖਵਾਏ ਨੇ। ਉਹਨਾਂ ਨੂੰ ਜੂਨਾਂ ਨਹੀਂ ਮਿਲਦੀਆਂ। ਧਰਮ ਰਾਏ ਤਿਨਕਾ ਮਿਤ ਹੈ ਜਮ ਮਗ ਨਾ ਪਾਵੈ। ਨਾਮ ਜਪਣ ਵਾਲਿਆਂ ਦਾ ਧਰਮ ਰਾਜਾ ਯਾਰ ਬਣ ਜਾਂਦਾ ਹੈ, ਜਮਾਂ ਦੇ ਰਸਤੇ ਨਹੀਂ ਉਹਨਾਂ ਨੂੰ ਪਾਉਂਦਾ। ਹਰ ਨਾਮ ਧਿਆਵਹਿ ਦਿਨ ਸੁਰਾਤ, ਹਰ ਨਾਮ ਸੁਮਾਵੈ। ਉਹ ਰੱਬ ਦੇ ਗੀਤ ਗਾਉਣ ਵਾਲੇ ਰੱਬ ਵਿੱਚ ਹੀ ਸਮਾ ਜਾਂਦੇ ਨੇ। ਖੜ ਦਰਗਹਿ ਪੈ ਨਾਈਐ ਮੁਖ ਹਰ ਨਾਮ ਨਿਵਾਸ। ਜਿਨ੍ਹਾਂ ਦੇ ਮੁਖ ਵਿੱਚ ਨਾਮ ਸੀ, ਦਰਗਾਹ ਵਿੱਚ ਉਹਨਾਂ ਨੂੰ ਸਿਰੋਂ ਪਾਉ ਮਿਲੇ। ਸਤਿਗੁਰ ਸੇਵੇ ਆਪਣਾ ਹਉ ਸਤਿਗੁਰ ਬਾਣੈ। ਤਾਸ ਗੁਰਾਂ ਦੀ ਸੇਵਾ ਕਰਕੇ ਜਿਨ੍ਹਾਂ ਨਾਮ ਲਿਆ, ਫਿਰ ਨਾਮ ਦਾ ਅਭਿਆਸ ਕੀਤਾ, ਉਹ ਮੁਕਤ ਹੋ ਗਏ। ਕਈ ਵਾਰ ਪਤਾ ਕੀ ਹੁੰਦਾ ਹੈ, ਅਸੀਂ ਤਗਮੇ ਵੰਡਣ ਲੱਗ ਜਾਂਦੇ ਹਾਂ। ਤੂੰ ਪਾਪੀ ਹੈ, ਮੈਂ ਪੁੰਨੀ ਹੈ, ਤੂੰ ਕੱਚਾ ਹੈ, ਮੈਂ ਪੱਕਾ ਹੈ, ਤੂੰ ਸਾਕਤ ਹੈ, ਮੈਂ ਸੰਤ ਹੈ। ਕਹਿੰਦੇ ਸੱਚ ਝੂਠ ਦਾ, ਕੱਚੇ ਪੱਕੇ ਦਾ ਨਿਆਂ ਦਰਗਾਹ ਵਿੱਚ ਹੋਣਾ ਹੈ ਵੀ ਤੇਰੀ ਕਰਤੂਤ ਕੀ ਸੀ। ਮਹਾਰਾਜ ਕਹਿੰਦੇ ਨੇ, ਮਨਮੁਖ ਕੱਚੇ ਕੁੜਿਆਰ ਤਿੰਨੀ ਨਿਹਚੋ ਦਰਗਹਿ ਹਾਰਿਆ। ਜਿਹੜੇ ਮਨ ਦੀ ਮੱਤ ਤੇ ਚੱਲਦੇ ਰਹੇ, ਪਾਪ ਕਰਦੇ ਰਹੇ, ਕੱਚੇ ਉਹ ਨੇ, ਦਰਗਾਹ ਵਿੱਚ ਹਾਰ ਉਹਨਾਂ ਦੀ ਹੈ। ਸਤਿਗੁਰ ਸੇਵਨ ਆਪਣਾ ਤਿੰਨਾ ਵਿਟੋਂ ਹਉ ਵਾਰਿਆ। ਜਿਹੜੇ ਗੁਰਮੁਖ ਸਨ, ਰੱਬ ਦੇ ਗੀਤ ਗਾਉਂਦੇ ਸਨ, ਉਹ ਪੱਕੇ ਨਿਕਲੇ। ਗੁਰਮਤੀ ਸ਼ਬਦ ਸੂਰ ਹੈ, ਕਾਮ ਕ੍ਰੋਧ ਜਿਨੀ ਮਾਰਿਆ। ਸੱਚੈ ਅੰਦਰ ਮਹਿਲ ਸ਼ਬਦ ਸਵਾਰਿਆ। ਜਿਹੜੇ ਸ਼ਬਦ ਦੇ ਸਵਾਰੇ ਹੋਏ ਸਨ, ਉਹਨਾਂ ਨੂੰ ਸੱਚ ਦਾ ਮਹਿਲ ਪ੍ਰਾਪਤ ਹੋਇਆ। ਸੇ ਭਗਤ ਤੁਧ ਭਾਵ ਦੇ ਸੱਚੇ ਨਾਏ ਪਿਆਰਿਆ। ਰੱਬ ਨੂੰ ਭਾਏ ਉਹ ਜਿਨ੍ਹਾਂ ਨੇ ਧਰਤੀ 'ਤੇ ਨੇਕ ਕਰਮ ਕੀਤੇ, ਰੱਬ ਦੇ ਗੀਤ ਗਾਏ। ਫਿਰ ਜਿਹੜੇ ਇਸ ਧਰਤੀ ਦੇ ਉੱਤੇ ਧਰਮ ਖੰਡ ਦੇ ਵਿੱਚ ਨੇਕ ਕਰਮ ਕਰਦੇ ਸਨ, ਰੱਬ ਦੇ ਗੀਤ ਗਾਉਂਦੇ ਸਨ,
ਉਹਨਾਂ ਨੂੰ ਅਗਲਾ ਖੰਡ ਪ੍ਰਾਪਤ ਹੁੰਦਾ ਹੈ, ਜਿਹਦੇ ਬਾਰੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਗਿਆਨ ਖੰਡ ਕਾ ਆਖੋ ਕਰਮ। ਸਿੱਧਾਂ ਦੇ ਕਹਿਣ ਤੇ ਹੁਣ ਗਿਆਨ ਖੰਡ ਦਾ ਅਸੀਂ ਕਹਿੰਦੇ ਕਰਤੱਵ ਦੱਸਣ ਲੱਗੇ ਹਾਂ, ਕਰਮ ਦੱਸਣ ਲੱਗੇ ਹਾਂ। ਗਿਆਨ ਬੋਧ ਨੂੰ ਕਹਿੰਦੇ ਨੇ, ਸਮਝ ਨੂੰ ਕਹਿੰਦੇ ਨੇ, ਇਲਮ ਨੂੰ ਕਹਿੰਦੇ ਨੇ, ਜਿਹਨੂੰ ਸਰੂਪ ਦਾ ਗਿਆਨ ਹਾਸਲ ਹੋਇਆ, ਜੋ ਅੰਦਰ ਅਗੰਮੀ ਜੋਤ ਹੈ ਪਰਮੇਸ਼ਵਰ ਦੀ, ਜਿਸ ਨੇ ਪ੍ਰਗਟ ਕਰ ਲਈ, ਉਹਨੂੰ ਆਪਾਂ ਕਹਿ ਦਿੰਦੇ ਹਾਂ ਵੀ ਇਹਨੂੰ ਆਪਣੇ ਸਰੂਪ ਦਾ ਗਿਆਨ ਹੋ ਗਿਆ ਹੈ। ਗਿਆਨ ਖੰਡ ਦਾ ਕਰਮ ਕੀ ਹੈ? ਗਿਆਨ ਖੰਡ ਦੇ ਵਿੱਚ ਅਵਸਥਾ ਕੈਸੀ ਹਾਸਲ ਹੁੰਦੀ ਹੈ? ਨਜ਼ਰੀ ਕੀ ਆਉਂਦਾ ਹੈ? ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼। ਮਹਾਰਾਜ ਕਹਿੰਦੇ ਨੇ, ਇਸ ਦੁਨੀਆ ਦੇ ਉੱਤੇ ਤੁਸੀਂ ਇਸ ਪਵਨ ਦੇ ਰੂਬਰੂ ਹੋਏ ਹੋ, ਪਾਣੀ ਦੇ ਰੂਬਰੂ ਹੋਏ ਹੋ, ਤੁਸੀਂ ਬੈਸੰਤਰ ਅਗਨ ਦੇ ਰੂਬਰੂ ਹੋਏ ਹੋ। ਪਰ ਜਿਹੜੇ ਗਿਆਨ ਖੰਡ ਵਿੱਚ ਰਹਿਣ ਵਾਲੇ ਮਹਾਂਪੁਰਸ਼ ਨੇ, ਉਹ ਜਾਣਦੇ ਨੇ ਵੱਖੋ ਵੱਖ ਖੰਡਾਂ ਵਿੱਚ, ਬ੍ਰਹਿਮੰਡਾਂ ਦੇ ਅੰਦਰ ਕਈ ਪ੍ਰਕਾਰ ਦੀ ਪਵਨ ਹੈ, ਵਾਯੂ ਹੈ, ਹਵਾ ਹੈ, ਕਈ ਪ੍ਰਕਾਰ ਦਾ ਪਾਣੀ ਹੈ, ਕਈ ਪ੍ਰਕਾਰ ਦੀ ਅਗਨ ਹੈ, ਬੈਸੰਤਰ ਹੈ। ਵੈਸੇ ਤੇ ਧਰਤੀ ਤੇ ਵੀ ਕਈ ਤਰ੍ਹਾਂ ਦੀ ਅੱਗ ਹੈ। ਹੰਸ, ਹੇਤ, ਲੋਭ, ਕੋਪ, ਚਾਰੇ ਨਦੀਆਂ ਅੱਗ। ਪਵਹਿ ਦਜਹਿ ਨਾਨਕਾ, ਤਰੀਐ ਕਰਮੀ ਲੱਗ। ਸਭ ਤੋਂ ਪਹਿਲੀ ਅੱਗ ਹੈ ਹੰਸ, ਨਿਰਦਇਤਾ, ਜ਼ਾਲਮਾਂ ਵਾਲਾ ਸੁਭਾਅ, ਹਿੰਸਾ ਕਰਨੀ। ਜਿਹੜਾ ਹਿੰਸਾ ਕਰਦਾ ਉਹ ਵੀ ਤਪਦਾ ਹੀ ਰਹਿੰਦਾ ਹੈ। ਦੂਸਰੀ ਅੱਗ ਹੈ ਮੋਹ ਦੀ। ਜਦੋਂ ਕੋਈ ਅਸੀਂ ਪਰਿਵਾਰ ਦੇ ਨਾਲ ਮੋਹ ਪਾ ਲੈਂਦੇ ਹਾਂ, ਉਹ ਪਰਿਵਾਰ ਦਾ ਮੈਂਬਰ ਦੂਰ ਹੁੰਦਾ, ਫਿਰ ਇਹ ਅੱਗ ਸਾੜਦੀ ਹੈ ਮੋਹ ਦੀ। ਲੋਭ ਦੀ ਅੱਗ, ਜੋ ਮੁਸ਼ੱਕਤ ਘਾਲੀ ਮਿਲ ਗਿਆ, ਹੁਣ ਦੂਜੇ ਦਾ ਹੱਕ ਖੋਹਣਾ ਹੈ, ਜੇ ਨਹੀਂ ਮਿਲਦਾ ਤੇ ਇਸ ਅੱਗ ਵਿੱਚ ਤਪਦੇ ਰਹਿੰਦੇ ਆ। ਕਾਮ ਵਿੱਚ, ਕਾਮਨਾ ਵਿੱਚ ਤਪਸ਼ ਰਹਿੰਦੀ ਹੈ। ਕੋਪ, ਕ੍ਰੋਧ ਦੀ ਅੱਗ, ਜਿਹੜਾ ਬੰਦਾ ਗੁੱਸੇ ਖੋਰਾ ਉਹ ਵੀ ਸੜਦਾ ਰਹਿੰਦਾ ਹੈ। ਰੱਬ ਦੇ ਗੀਤ ਗਾਉਣ ਵਾਲਾ ਹੀ ਇਹਨਾਂ ਅੱਗਾਂ ਤੋਂ ਬਚਿਆ ਹੈ। ਕਈ ਪ੍ਰਕਾਰ ਦੀ ਅੱਗ ਹੈ। ਕਈ ਕੋਟ ਪਵਨ ਪਾਣੀ ਬੈਸੰਤਰ। ਮਹਾਰਾਜ ਕਹਿੰਦੇ ਨੇ ਹੋਰਾਂ ਗ੍ਰਹਿਆਂ 'ਤੇ ਵੀ ਅੱਗ ਹੈ ਕਈ ਪ੍ਰਕਾਰ ਦੀ, ਪਵਨ ਪਾਣੀ ਵੀ ਕਈ ਤਰ੍ਹਾਂ ਦੇ ਨੇ। ਅੱਗੇ ਬਾਤ ਪਾਉਂਦੇ ਨੇ ਕਾਨ੍ਹੇ ਦੀ, ਸ੍ਰੀ ਕ੍ਰਿਸ਼ਨ ਮਹਾਰਾਜ ਦੀ। ਉਹਦੇ ਬਾਅਦ ਮਹੇਸ਼ ਜੀ ਦਾ ਜ਼ਿਕਰ ਕਰਦੇ ਨੇ। ਮਹਾਈਸ਼, ਵੱਡਾ ਸੁਆਮੀ, ਮਹਾਦੇਵ, ਜਿਹਨੂੰ ਸ਼ਿਵ ਜੀ ਕਹਿੰਦੇ ਹੋ। ਤੁਸੀਂ ਇਸ ਧਰਤੀ ਤੇ ਇੱਕ ਸ੍ਰੀ ਕ੍ਰਿਸ਼ਨ ਮਹਾਰਾਜ ਨੂੰ ਜਾਣਦੇ ਹੋ, ਸ਼ਿਵ ਜੀ ਨੂੰ ਜਾਣਦੇ ਹੋ, ਪਰ ਖੰਡਾਂ ਬ੍ਰਹਿਮੰਡਾਂ ਵਿੱਚ ਕਈ ਕ੍ਰਿਸ਼ਨ ਜੀ ਵਰਗੇ ਅਵਤਾਰ ਨੇ, ਕਈ ਇੱਥੇ ਸ਼ਿਵ ਜੀ ਵਰਗੇ ਅਵਤਾਰ ਨੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਕੋਟ ਮਹੇਸ਼ ਉਪਾਏ ਸਮਾਏ, ਕੋਟ ਬਿਸ਼ਨ ਕੀਨੇ ਅਵਤਾਰ। ਕਰੋੜਾਂ ਹੀ ਕ੍ਰਿਸ਼ਨ ਜੀ ਵਰਗੇ ਅਵਤਾਰ ਨੇ, ਕਰੋੜਾਂ ਹੀ ਮਹੇਸ਼ ਪੈਦਾ ਕੀਤੇ ਹੋਏ ਨੇ। ਸੋ ਮਹਾਰਾਜ ਕਹਿੰਦੇ ਗਿਆਨ ਖੰਡ ਵਿੱਚ ਟਿਕੇ ਹੋਏ ਸਾਧਕਾਂ ਨੂੰ ਇਹ ਨਜ਼ਰੀ ਆ ਗਿਆ, ਕਈ ਪ੍ਰਕਾਰ ਦੀ ਪੌਣ ਹੈ, ਪਾਣੀ ਹੈ, ਅਗਨੀਆਂ ਨੇ, ਕਈ ਕ੍ਰਿਸ਼ਨ ਜੀ ਵਰਗੇ ਅਵਤਾਰ ਨੇ, ਕਈ ਰੁਦਰ ਜੀ ਵਰਗੇ ਅਵਤਾਰ ਨੇ, ਕਈ ਉਹਨਾਂ ਦੇ ਦੇਸ਼ ਨੇ, ਭੇਸ ਨੇ, ਕਈ ਉਹਨਾਂ ਦੇ ਲੋਕ ਨੇ। ਹੁਣ ਤੁਸੀਂ ਹੈਰਾਨ ਹੋ ਜਾਓਗੇ, ਹੁਣ ਤੇ ਤੁਸੀਂ ਟੈਲੀਸਕੋਪ ਨਾਲੇ ਲੋਕ ਪਰਲੋਕ ਇਹ ਸਭ ਦੇਖਦੇ ਹੋ, ਖੰਡ ਬ੍ਰਹਿਮੰਡ। ਤਾਂ ਉਹਨਾਂ ਸਮਿਆਂ ਵਿੱਚ ਤੇ ਮਹਾਂਪੁਰਸ਼ਾਂ ਕੋਲੇ ਕੁਝ ਵੀ ਨਹੀਂ ਸੀ। ਤਾਂ ਫਿਰ ਜਪਜੀ ਸਾਹਿਬ ਨੂੰ ਤੇ 500 ਸਾਲ ਹੋ ਗਿਆ ਬਾਣੀ ਉਚਾਰੀ ਨੂੰ। ਇਹਦਾ ਮਤਲਬ ਗਿਆਨ ਖੰਡੀਆਂ ਦੀ ਨਜ਼ਰ ਇੱਥੋਂ ਤੱਕ ਚਲੀ ਜਾਂਦੀ ਹੈ ਜਿੱਥੇ ਅੱਜ ਸਾਇੰਸ ਨਹੀਂ ਪਹੁੰਚ ਰਹੀ। ਇਹ ਕਰਾਮਾਤ ਹੈ, ਇਹ ਅਜ਼ਮਤ ਹੈ। ਅੱਗੇ ਕਹਿ ਰਹੇ ਨੇ ਕੇਤੇ ਬਰਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ। ਬ੍ਰਹਮਾ ਇਉਂ ਸਮਝ ਲਓ ਉਹ ਇੱਕ ਦੇਵਤਾ ਹੈ। ਸਨਾਤਨ ਮਤ ਕਹਿੰਦਾ ਹੈ ਸ੍ਰਿਸ਼ਟੀ ਦੇ ਰਚਣ ਦਾ ਕਰਮ ਉਹ ਕਰਦਾ ਹੈ। ਸਿੱਖ ਜਗਤ ਕਹਿੰਦਾ ਹੈ ਠੀਕ ਹੈ, ਜੇ ਉਹ ਸ੍ਰਿਸ਼ਟੀ ਨੂੰ ਰਚਦਾ ਹੈ ਤੇ ਪ੍ਰਮਾਤਮਾ ਦੇ ਹੁਕਮ ਵਿੱਚ ਉਹਨੇ ਹੀ ਇਹ ਸਾਰੇ ਕਾਰੀਗਰ ਲਾਏ ਹੋਏ ਨੇ। ਜੋ ਘਾੜਤ ਘੜ ਰਿਹਾ ਹੈ, ਗੁਰੂ ਨਾਨਕ ਸਾਹਿਬ ਕਹਿੰਦੇ ਸਿੱਧੋ ਇੱਕ ਬ੍ਰਹਮਾ ਥੋੜ੍ਹੀ ਹੈ,
ਇੱਕ ਧਰਤੀ ਥੋੜ੍ਹੀ ਹੈ, ਖੰਡ ਬ੍ਰਹਿਮੰਡ ਨੇ, ਇੱਥੇ ਕਈ ਧਰਤੀਆਂ ਨੇ, ਕਈ ਬ੍ਰਹਮੇ ਜਗਤ ਸਾਜ ਰਹੇ ਨੇ। ਕੋਟ ਬ੍ਰਹਮੇ ਜਗ ਸਾਜਣ ਲਾਏ। ਕਰੋੜਾਂ ਹੀ ਐਸੇ ਬ੍ਰਹਮਾ ਨੇ ਜਿਹੜੇ ਇਹ ਕਰਮ ਵਿੱਚ ਲੱਗੇ ਹੋਏ ਨੇ। ਦੇਰ ਆਰ ਮਿਲੀਅਨਸ ਆਫ ਬ੍ਰਹਮਾਸ ਟੂ ਕ੍ਰੀਏਟ ਦਾ ਵਰਲਡਸ। ਪਤਾ ਨਹੀਂ ਕਿੰਨੀ ਕੁ ਦੁਨੀਆ ਦੀ ਰਚਨਾ ਕਿੰਨੇ ਕੁ ਬ੍ਰਹਮਿਆਂ ਕੋਲੋਂ ਪਰਮਾਤਮਾ ਕਰਵਾ ਰਿਹਾ ਹੈ। ਜਿਹੜਾ ਗਿਆਨ ਖੰਡ ਵਿੱਚ ਟਿਕ ਗਿਆ ਸਾਧਕ, ਉਹਨੂੰ ਇਹ ਵੱਖੋ ਵੱਖ ਧਰਤੀਆਂ ਔਰ ਉਹਨਾਂ ਧਰਤੀਆਂ ਨੂੰ, ਉਹਨਾਂ ਤਾਰਿਆਂ ਨੂੰ, ਮੰਡਲਾਂ ਨੂੰ ਘੜਨ ਵਾਲੇ ਬੇਅੰਤ ਬ੍ਰਹਮੇ ਨਜ਼ਰੀ ਆਉਣ ਲੱਗ ਪੈਂਦੇ ਨੇ। ਉਹਨਾਂ ਨੂੰ ਬ੍ਰਹਮ ਲੋਕ ਵੀ ਨਜ਼ਰੀ ਆਉਂਦਾ ਹੈ। ਅੱਗੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ਼। ਕਰਮ ਭੂਮੀ ਜਿਵੇਂ ਇਹ ਧਰਤੀ ਹੈ ਜਿੱਥੇ ਕਰਮ ਬੀਜੋ ਤੇ ਫਲ ਮਿਲੇ। ਕਹਿੰਦੇ ਪਤਾ ਹੀ ਨਹੀਂ ਕਿੰਨੀਆਂ ਧਰਤੀਆਂ ਨੇ, ਕਿੰਨੇ ਕੁ ਉਹਨਾਂ ਧਰਤੀਆਂ ਤੇ ਮੇਰ ਨੇ, ਪਹਾੜ ਨੇ, ਔਰ ਕਿੰਨੇ ਕੁ ਨੇਕ ਨਾਮੀ ਮਹਾਤਮਾ ਮਹਾਂਪੁਰਸ਼ ਨੇ, ਧਰੂ ਭਗਤ ਵਰਗੇ। ਔਰ ਪਤਾ ਹੀ ਨਹੀਂ ਕਿੰਨੇ ਕੁ ਧਰੂ ਭਗਤ ਵਰਗਿਆਂ ਦੇ ਉਪਦੇਸ਼ਕ ਨਾਰਦ ਮੁਨੀ ਵਰਗੇ ਨੇ। ਕੋਈ ਗਿਣਤੀ ਨਹੀਂ ਹੋ ਸਕਦੀ। ਖੰਡਾਂ ਬ੍ਰਹਮੰਡਾਂ ਵਿੱਚ ਬੇਅੰਤ ਭਗਤ ਨੇ, ਬੇਅੰਤ ਉਪਦੇਸ਼ਟਾ ਨੇ, ਨਾਰਦ ਮੁਨ ਵਰਗੇ। ਸੋ ਜਿਹੜਾ ਗਿਆਨ ਖੰਡੀ ਹੈ ਉਹਨੂੰ ਇਹ ਬੇਅੰਤ ਕਰਮ ਭੂਮੀਆਂ ਨਜ਼ਰ ਆਉਣ ਲੱਗ ਪੈਂਦੀਆਂ ਨੇ। ਉਹਨੂੰ ਬੇਅੰਤ ਮਹਾਤਮਾ ਮਹਾਂਪੁਰਸ਼ ਹੋਰਾਂ ਗ੍ਰਹਿਆਂ ਤੇ ਵੀ ਨਜ਼ਰੀ ਆਉਣ ਲੱਗ ਪੈਂਦੇ ਨੇ। ਅੱਗੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼। ਗਿਆਨ ਖੰਡ ਵਿੱਚ ਟਿਕਿਆ ਹੋਇਆਂ ਨੂੰ ਨਜ਼ਰੀ ਆ ਗਿਆ। ਪਤਾ ਨਹੀਂ ਕਿੰਨੇ ਕੁ ਇੰਦਰ ਲੋਕ ਨੇ, ਕਿੰਨੇ ਕੁ ਉੱਥੇ ਰਾਜ ਕਰਨ ਵਾਲੇ ਇੰਦਰ ਦੇਵ ਨੇ, ਕਿੰਨੇ ਕੁ ਦੁਨੀਆ ਦੇ ਉੱਤੇ ਚੰਦ ਨੇ, ਸੂਰਜ ਨੇ, ਤਾਰੇ ਨੇ, ਮੰਡਲ ਨੇ, ਦੇਸ਼ ਨੇ, ਭੇਸ ਨੇ। ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ, ਕਈ ਕੋਟ ਸਸੀਰ ਸੂਰ ਨਖੇਤਰ। ਕਰੋੜਾਂ ਨੇ ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ। ਕਈ ਕੋਟ ਦੇਸ਼ ਭੂ ਮੰਡਲ। ਕੌਣ ਗਿਣਤੀ ਕਰ ਸਕਦਾ ਹੈ? ਕੋਈ ਨਹੀਂ। ਮੈਂ ਸਾਇੰਸ ਨਾਲ ਕੰਪੈਰੀਜ਼ਨ ਕਰ ਦੇਵਾਂ। ਅਕੋਰਡਿੰਗ ਟੂ ਸਾਇੰਸ ਦੁਨੀਆ ਇੱਦਾਂ ਵੰਡੀ ਹੋਈ ਹੈ। ਸਭ ਤੋਂ ਪਹਿਲਾਂ ਇਹ ਬ੍ਰਹਿਮੰਡ ਹੈ, ਯੂਨੀਵਰਸ ਜਿਹਨੂੰ ਕਹਿੰਦੇ ਹੋ। ਫਿਰ ਗਲੈਕਸੀਜ਼ ਨੇ, ਆਕਾਸ਼ ਗੰਗਾ ਜਿਹਨੂੰ ਤੁਸੀਂ ਹਿੰਦੀ ਵਿੱਚ ਕਹਿੰਦੇ ਹੋ। ਔਰ ਗਲੈਕਸੀ ਦੇ ਵਿੱਚ ਸੋਲਰ ਸਿਸਟਮ ਹੁੰਦਾ ਹੈ, ਸੌਰ ਪ੍ਰਣਾਲੀ। ਸੋਲਰ ਸਿਸਟਮ ਦੇ ਵਿੱਚ ਫਿਰ ਇੱਕ ਇਹ ਸੂਰਜ ਹੁੰਦਾ ਹੈ ਜਿਹਨੂੰ ਤੁਸੀਂ ਸਿਤਾਰਾ ਵੀ ਕਹਿ ਦਿੰਦੇ ਹੋ, ਸਨ ਕਹਿ ਦਿੰਦੇ ਹੋ। ਔਰ ਇਸ ਸਿਤਾਰੇ ਦੇ ਇਰਦ ਗਿਰਦ ਪਲੈਨਟ ਹੁੰਦੇ ਨੇ, ਗ੍ਰਹਿ ਹੁੰਦੇ ਨੇ। ਤੋ ਗ੍ਰਹਿ ਤੋਂ ਫਿਰ ਅਗਾਂਹ ਚੰਨ ਹੁੰਦੇ ਨੇ, ਐਸਟਰੋਇਡ ਹੁੰਦੇ ਨੇ, ਛੋਟੇ ਛੋਟੇ ਟੁਕੜੇ। ਹੁਣ ਸਾਇੰਸ ਕਹਿੰਦੀ ਹੈ ਦੇਰ ਆਰ ਬਿਲੀਅਨਸ ਆਫ ਗਲੈਕਸੀਜ਼ ਇਨ ਦਿਸ ਵਰਲਡ। ਪਤਾ ਹੀ ਨਹੀਂ ਕਿੰਨੀਆਂ ਕੁ ਆਕਾਸ਼ ਗੰਗਾ ਨੇ ਜਿਨ੍ਹਾਂ ਦੀ ਗਿਣਤੀ ਨਹੀਂ ਹੈ। ਹੁਣ ਇਹਨਾਂ ਆਕਾਸ਼ ਗੰਗਾ ਦੇ ਵਿੱਚ ਸੋਲਰ ਸਿਸਟਮ ਨੇ। ਸੋਲਰ ਸਿਸਟਮ ਦੇ ਵਿੱਚ ਸੌਰ ਪ੍ਰਣਾਲੀ ਦੇ ਵਿੱਚ ਸੂਰਜ ਹੈ। ਸੂਰਜ ਦੇ ਇਰਦ ਗਿਰਦ ਗ੍ਰਹਿ ਨੇ ਤੇ ਹਰ ਗ੍ਰਹਿ ਦੇ ਵੱਖਰੇ ਵੱਖਰੇ ਚੰਦ ਨੇ। ਇਹ ਸਾਇੰਸ ਹੁਣ ਕਹਿ ਰਹੀ ਹੈ। ਜੇ ਤੁਸੀਂ ਧਿਆਨ ਨਾਲ ਸਾਇੰਸ ਪੜ੍ਹੀ ਹੋਵੇ ਨਾ, ਜਿਹੜਾ ਮਰਕਰੀ ਪਲੈਨਟ ਹੈ ਨਾ, ਉਹਦੇ ਤੇ ਕੋਈ ਚੰਨ ਨਹੀਂ ਹੈ। ਉਹਦੇ ਬਾਅਦ ਵੀਨਸ ਪਲੈਨਟ ਹੈ, ਉਹਦੇ ਤੇ ਵੀ ਕੋਈ ਚੰਦ ਨਹੀਂ ਹੈ। ਉਹਦੇ ਬਾਅਦ ਅਰਥ ਹੈ ਆਪਣਾ ਇਹ ਪਲੈਨਟ ਮਾਤ ਲੋਕ, ਇਹਦਾ ਇੱਕ ਚੰਦ ਹੈ। ਉਹਦੇ ਬਾਅਦ ਮਾਰਸ ਬਾਰੇ ਪੜ੍ਹਿਓ, ਉਹਦੇ ਤੇ 2 ਚੰਦ ਨੇ। ਫਿਰ ਜੂਪੀਟਰ ਹੈ, ਉੱਥੇ ਕਹਿੰਦੇ ਨੇ 79 ਮੂਨਸ ਨੇ, 1 ਘੱਟ 80 ਨੋਨ ਜਿਹੜੇ ਲੱਭੇ ਨੇ, ਹਜੇ ਹੋਰ ਵੀ ਲੱਭ ਸਕਦੇ ਨੇ। ਉਹਦੇ ਬਾਅਦ ਹੈ ਸੈਚੁਰਨ। ਪਹਿਲਾਂ ਤੇ ਉੱਥੇ ਕੋਈ 62 ਚੰਦ ਲੱਭੇ ਸੀ, ਹੁਣ 20 ਹੋਰ ਲੱਭ ਲਏ ਨੇ ਨਾਸਾ ਨੇ। 82 ਚੰਦ ਨੇ ਇੱਕ ਗ੍ਰਹਿ ਦੇ ਉੱਤੇ। ਉਹਦੇ ਬਾਅਦ ਯੂਰੇਨਸ ਹੈ ਜਿੱਥੇ 27 ਚੰਦ ਨੇ। ਉਹਦੇ ਬਾਅਦ ਨੈਪਚੂਨ ਹੈ ਜਿੱਥੇ 14 ਚੰਦ ਨੇ। ਗੁਰੂ ਨਾਨਕ ਸਾਹਿਬ ਨੇ ਕਿਉਂ ਲੱਖਾਂ ਆਖੇ ਨੇ? ਕਿਉਂਕਿ ਗਿਣਤੀ ਕੋਈ ਕਰ ਨਹੀਂ ਸਕਦਾ। ਸਾਇੰਸ ਜਿੰਨੇ ਮੁਕਰਰ ਕਰਦੀ ਹੈ ਇੰਨੇ ਚੰਦ ਇਸ ਗ੍ਰਹਿ 'ਤੇ ਨੇ,
ਪੰਨੀ ਸੱਤੀ ਸਾਲੀ ਹੋਰ ਲੱਭ ਜਾਂਦੇ ਨੇ। ਹੁਣ ਸੋਚਣ ਵਾਲੀ ਗੱਲ ਇਹ ਹੈ, ਅਸਚਰਜਤਾ ਵਾਲੀ ਬਾਤ ਇਹ ਹੈ ਵੀ ਸਾਇੰਸ ਤੇ ਵੇਖ ਰਹੀ ਹੈ, ਸੈਟੇਲਾਈਟਸ ਨੇ, ਰੌਕਟ ਬਣ ਗਏ, ਜਾ ਰਹੇ ਨੇ ਚੰਦ ਤੇ ਲੋਕ, ਤੇ ਗੁਰੂ ਨਾਨਕ ਸਾਹਿਬ ਨੂੰ ਕਿਵੇਂ ਪਤਾ ਹੈ? ਪਤਾ ਕਿਉਂ ਪਤਾ ਹੈ? ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ। ਗੁਰੂ ਨਾਨਕ ਨੂੰ ਰੌਕਟ ਦੀ ਲੋੜ ਨਹੀਂ, ਗੁਰੂ ਨਾਨਕ ਨੂੰ ਟੈਲੀਸਕੋਪ ਦੀ ਲੋੜ ਨਹੀਂ, ਮਾਈਕਰੋਸਕੋਪ ਦੀ ਲੋੜ ਨਹੀਂ। ਗੁਰੂ ਨਾਨਕ ਉਹ ਹੈ ਜਿਸ ਨੇ ਬ੍ਰਹਿਮੰਡ ਬਣਾਇਆ ਹੈ। ਗੁਰੂ ਨਾਨਕ ਇਸ ਦਾ ਸੁਪਰੀਮ ਲਾਰਡ, ਹੀ ਇਸ ਦਾ ਟ੍ਰਾਂਸੈਂਡੈਂਟ ਲਾਰਡ, ਖੁਦ ਖੁਦਾ ਹੈ ਗੁਰੂ ਨਾਨਕ। ਉਹ ਆਪਣੀ ਰਚਨਾ ਬਾਰੇ ਜਾਣਦਾ ਹੈ। ਸੋ ਮਹਾਰਾਜ ਕਹਿੰਦੇ ਨੇ ਜਿਹੜੇ ਗਿਆਨ ਖੰਡੀ ਮਹਾਤਮਾ ਨੇ ਉਹਨਾਂ ਨੂੰ ਸਮਝ ਪੈ ਜਾਂਦੀ ਹੈ ਵੀ ਇਹ ਬੇਅੰਤ ਸੂਰਜ ਚੰਦ ਤਾਰੇ ਨੇ ਜੋ ਅੱਖਾਂ ਨਾਲ ਵੇਂਦੇ ਹੋ, ਸਿਰਫ ਇੰਨਾ ਹੀ ਨਹੀਂ। ਅੱਗੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਖਣ ਲੱਗੇ, ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼। ਇਹਨਾਂ ਖੰਡਾਂ ਬ੍ਰਹਿਮੰਡਾਂ ਵਿੱਚ ਪਤਾ ਹੀ ਨਹੀਂ ਕਿੰਨੇ ਕੁ ਸਿੱਧ ਨੇ। ਸਿੱਧ ਦਾ ਮਤਲਬ ਹੈ ਹੂ ਗੋਟ ਆਲ ਦਾ ਮਿਰੈਕੂਲਸ ਸਪਿਰਚੁਅਲ ਪਾਵਰਸ, ਜਿਹਦੇ ਕੋਲ ਕਰਾਮਾਤ ਹੈ। ਬੁੱਧ, ਬੁੱਧਿਜ਼ਮ ਦਾ ਆਗੂ ਮਹਾਤਮਾ ਬੁੱਧ ਜੀ ਵਰਗੇ ਵੀ ਪਤਾ ਨਹੀਂ ਕਿੰਨੇ ਮਹਾਂਪੁਰਸ਼ ਦੁਨੀਆ ਤੇ ਨੇ। ਨਾਥ ਆਗੂ ਨੂੰ ਕਹਿੰਦੇ ਨੇ, ਧਰਮ ਦੇ ਰਹਿਬਰ ਨੂੰ ਵੀ ਕਹਿ ਦਿੰਦੇ ਨੇ। ਬੇਅੰਤ ਦੁਨੀਆ ਤੇ ਨਾਥ ਨੇ। ਗਿਆਨ ਖੰਡ ਵਿੱਚ ਟਿਕੇ ਹੋਏ ਮਹਾਤਮਾ ਜਾਣਦੇ ਨੇ ਬੇਅੰਤ ਕਰਾਮਾਤੀ ਸਿੱਧ ਨੇ, ਬੇਅੰਤ ਬੁੱਧ ਅਵਤਾਰ ਨੇ, ਬੇਅੰਤ ਦੇਵਤੇ ਨਾਥ ਨੇ, ਦੇਵੀਆਂ ਦੇਵਤੇ ਨੇ। ਕਹਿੰਦੇ ਤੁਸੀਂ ਕੁਝ ਦੇਵੀਆਂ ਨੂੰ ਪੂਜਦੇ ਹੋ ਨਾ, ਵੀ ਕਰੋੜਾਂ ਦੇਵੀਆਂ ਨੇ। ਕੋਈ ਦੁਰਗਾ ਮਾਤਾ ਨੂੰ ਪੂਜਦਾ ਹੈ, ਕੋਈ ਲਕਸ਼ਮੀ ਮਾਤਾ ਨੂੰ ਪੂਜਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ, ਦੁਰਗਾ ਕੋਟ ਜਾਂਕੈ ਮਰਦਨ ਕਰੈ। ਕਰੋੜਾਂ ਦੁਰਗਾ ਵਰਗੀਆਂ ਦੇਵੀਆਂ ਇੱਕ ਅਕਾਲ ਪੁਰਖ ਦੀ ਸੇਵਾ ਵਿੱਚ ਲੱਗੀਆਂ ਨੇ, ਚਰਨਾਂ ਵਿੱਚ ਬੈਠੀਆਂ ਹੋਈਆਂ ਨੇ। ਇਹ ਗਿਆਨ ਖੰਡੀਆਂ ਦੀ ਨਜ਼ਰ ਹੈ। ਅੱਗੇ ਕਹਿੰਦੇ ਨੇ, ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ। ਪਰਮਾਤਮਾ ਦੀ ਕੁਦਰਤ ਦੇ ਵਿੱਚ ਬੜੇ ਹੀ ਦੇਵਤੇ ਨੇ, ਬੜੇ ਹੀ ਦੈਂਤ ਨੇ, ਭੈੜੇ ਕਰਮ ਕਰਨ ਵਾਲੇ, ਬੜੇ ਹੀ ਮੁਨੀਜਨ ਜਿਨ੍ਹਾਂ ਮਨ ਨੂੰ ਮੁੰਨ ਲਿਆ, ਸੰਸਾਰ ਵੱਲੋਂ ਮੂੰਹ ਮੋੜ ਲਿਆ, ਨਿਰੰਕਾਰ ਦੇ ਨਾਲ ਜੁੜ ਗਏ। ਪਤਾ ਨਹੀਂ ਕਿੰਨੇ ਕੁ ਸਾਗਰ ਨੇ, ਕਿੰਨੇ ਕੁ ਰਤਨ ਨੇ, ਜਾਂ ਇਉਂ ਸਮਝ ਲਓ ਹਿਰਦੇ ਰੂਪੀ ਸਾਗਰ ਵਿੱਚ ਕਿੰਨੇ ਕੁ ਸਤ ਸੰਤੋਖ ਦਇਆ ਧਰਮ ਵਰਗੇ ਰਤਨ ਨੇ। ਇਹ ਮਹਾਤਮਾ ਮਹਾਂਪੁਰਸ਼ਾਂ ਦੇ ਪਾਸ ਐਸੇ ਗੁਣ ਹੁੰਦੇ ਨੇ। ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ। ਅੰਡਜ ਜੇਰਜ ਸੇਤਜ ਉਤਬਜ, ਇਹ ਬੇਅੰਤ ਖਾਣੀਆਂ ਨੇ। ਕੁਝ ਆਂਡਿਆਂ ਚੋਂ ਪੈਦਾ ਹੋ ਰਹੇ ਨੇ, ਕੁਝ ਜੇਰ ਚੋਂ ਪੈਦਾ ਹੋ ਰਹੇ ਨੇ, ਕੁਝ ਮੁੜਕੇ ਚੋਂ ਪੈਦਾ ਹੋ ਰਹੇ ਨੇ, ਕੁਝ ਉਤਪੁਜ ਧਰਤੀ ਦੀ ਹਿੱਕ ਪਾੜ ਕੇ ਪੈਦਾ ਹੋ ਰਹੇ ਨੇ। ਔਰ ਪਤਾ ਹੀ ਨਹੀਂ ਦੁਨੀਆ ਤੇ ਕਿੰਨੇ ਰਾਜੇ ਨੇ, ਕਿੰਨੇ ਮਹਾਰਾਜੇ ਨੇ, ਕਿੰਨੇ ਕੁ ਦੁਨੀਆ ਦੇ ਚੱਕਰਪਤ ਨੇ। ਔਰ ਐਸੇ ਬੇਅੰਤ ਦੇਸ਼ ਪ੍ਰਦੇਸ਼ ਖੰਡ ਬ੍ਰਹਿਮੰਡ ਨੇ ਜਿੱਥੇ ਇਹਨਾਂ ਖਾਣੀਆਂ ਵਿੱਚ ਕਈ ਲੱਖਾਂ ਕਰੋੜਾਂ ਜੀਵ ਜੰਤੂ ਪੈਦਾ ਹੋ ਰਹੇ ਨੇ। ਦੁਨੀਆ ਤੇ ਬੇਅੰਤ ਪਾਤਸ਼ਾਹ ਨੇ, ਬੇਅੰਤ ਨਰਿੰਦਰ ਨੇ, ਬੇਅੰਤ ਹੀ ਇੱਥੇ ਰਾਜੇ ਨੇ ਜਿਨ੍ਹਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਵੱਖ-ਵੱਖ ਲੋਕਾਂ ਦੇ ਵੱਖ-ਵੱਖ ਰਾਜੇ ਮੁਕਰਰ ਕੀਤੇ ਹੋਏ ਨੇ। ਅੱਗੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ। ਮਹਾਰਾਜ ਆਖਣ ਲੱਗੇ, ਦੁਨੀਆ ਦੇ ਵਿੱਚ ਪਤਾ ਹੀ ਨਹੀਂ ਕਿੰਨੇ ਧਾਰਮਿਕ ਗ੍ਰੰਥ ਨੇ ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ, ਜਿਨ੍ਹਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਆਪਾਂ ਤੇ ਸਿਰਫ ਇਸ ਮਾਤਲੋਕ ਦੇ ਧਾਰਮਿਕ ਗ੍ਰੰਥਾਂ ਦੇ ਹੀ ਰੂਬਰੂ ਹੋਏ ਆ। ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਸਾਹਿਬ ਕਹਿੰਦੇ,
ਜਿੰਨੀਆਂ ਕੁ ਭਾਸ਼ਾ ਤੋਂ ਤੁਸੀਂ ਵਾਕਿਫ ਹੋ, ਇਸ ਮਾਤ ਲੋਕ ਤੇ ਭਾਸ਼ਾਵਾਂ ਨੇ। ਹਰ ਧਰਮ ਦੇ, ਹਰ ਖਿੱਤੇ ਦੇ, ਹਰ ਖੰਡ ਦੇ ਟੁਕੜੇ ਦੇ ਲੋਕਾਂ ਦੀ ਭਾਸ਼ਾ ਵੱਖਰੀ ਹੈ, ਧਾਰਮਿਕ ਗ੍ਰੰਥ ਵੱਖਰੇ ਨੇ। ਪਰ ਮਹਾਰਾਜ ਕਹਿੰਦੇ ਜਦੋਂ ਹੋਰਾਂ ਗ੍ਰਹਿਆਂ ਤਾਈਂ ਪਹੁੰਚ ਬਣਦੀ ਹੈ, ਗਿਆਨ ਖੰਡੀਆਂ ਵਾਲੀ ਅਵਸਥਾ ਮਿਲਦੀ ਹੈ, ਤੁਹਾਨੂੰ ਸਮਝ ਆਵੇਗੀ। ਪਤਾ ਹੀ ਨਹੀਂ ਕਿੰਨੇ ਕੁ ਪ੍ਰਕਾਰ ਦੇ ਧਾਰਮਿਕ ਗ੍ਰੰਥ ਪ੍ਰਗਟ ਨੇ, ਕਿੰਨੇ ਕੁ ਧਾਰਮਿਕ ਰਹਿਬਰ ਨੇ, ਕਿੰਨੇ ਕੁ ਉਹਨਾਂ ਦੇ ਅੱਗੇ ਸੇਵਕ ਨੇ। ਜਦੋਂ ਗਿਣਤੀਆਂ ਮਿਣਤੀਆਂ ਵਿੱਚ ਪਵੋਗੇ ਕੋਈ ਸਮਝ ਨਹੀਂ ਪਵੇਗੀ। ਅਖੀਰ ਮੂੰਹੋਂ ਅਚਰਜਤਾ ਵਾਲੇ ਬੋਲ ਹੀ ਤੁਹਾਡੇ ਪ੍ਰਗਟ ਹੋਣਗੇ। ਸੋ ਦੀਨ ਦੁਨੀਆ ਦੇ ਮਾਲਕ ਗਿਆਨ ਖੰਡੀਆਂ ਦੀ ਅਜ਼ਮਤ ਨੂੰ ਦਰਸਾਉਂਦੇ ਨੇ। ਮਹਾਰਾਜ ਕਹਿੰਦੇ ਨੇ, ਇਹ ਨਾਨਕ, ਐ ਅਕਾਲ ਪੁਰਖ ਤੇਰਾ ਸਰਗੁਣ ਸਰੂਪ, ਇਹ ਅੰਤ ਨਹੀਂ ਪਾ ਸਕਦਾ। ਕੋਈ ਵੀ ਤੇਰੀ ਬੇਅੰਤ ਕੁਦਰਤ ਦਾ ਅੰਤ ਨਹੀਂ ਪਾ ਸਕਦਾ। ਸੋ ਇਸ ਗੱਲ ਨੂੰ ਚੰਗੀ ਤਰ੍ਹਾਂ ਜ਼ਿਹਨ ਵਿੱਚ ਟਿਕਾ ਲਓ। ਚਾਹੇ ਤੁਹਾਡੀ ਉੱਚੀ ਸੁਰਤ ਵੀ ਹੋ ਜਾਵੇ, ਤੁਹਾਨੂੰ ਜਿੰਨੀ ਚਾਹੇ ਸਮਝ ਆ ਜਾਵੇ, ਜੇ ਤੁਸੀਂ ਆਖੋਗੇ ਨਾ ਵੀ ਆਪਣੀ ਉੱਚੀ ਸੁੱਚੀ ਸੁਰਤ ਦੇ ਨਾਲ, ਉੱਚੇ ਧਿਆਨ ਦੇ ਨਾਲ, ਸ਼ੁੱਧ ਸੁਰਤ ਦੇ ਨਾਲ, ਪਾਕ ਅੰਤਸ਼ਕਰਨ ਦੇ ਨਾਲ ਉਸ ਬੇਅੰਤ ਦਾ ਅੰਤ ਪਾ ਲਓਗੇ, ਤੇ ਮਹਾਰਾਜ ਕਹਿੰਦੇ ਅੰਤ ਪੈ ਨਹੀਂ ਸਕਦਾ। ਤੇਰਾ ਅੰਤ ਕੋਈ ਪਾਉਣ ਵਾਲਾ ਪੈਦਾ ਨਹੀਂ ਹੋਇਆ। ਅਗਿਆਨੀ ਤੇ ਕੀ ਅੰਤ ਪਾਵੇ, ਗਿਆਨ ਖੰਡੀ ਵੀ ਤੇਰਾ ਅੰਤ ਨਹੀਂ ਪਾ ਸਕਦਾ। ਹਾਂ, ਇੱਕੋ ਗੱਲ ਕਹਿ ਸਕਦੇ ਨੇ, ਤੂੰ ਬੇਅੰਤ ਹੈ, ਤੂੰ ਬੇਅੰਤ ਹੈ। ਐ ਪਰਮ ਈਸ਼ਵਰ, ਤੇਰੇ ਬ੍ਰਹਿਮੰਡ ਦਾ ਅੰਤ ਨਹੀਂ। ਔਰ ਬਾਣੀ ਤੇ ਇੱਥੋਂ ਤੱਕ ਕਹਿੰਦੀ ਹੈ ਵੀ ਉਹਦੇ ਇੱਕ ਰੋਮ ਵਿੱਚ ਪਤਾ ਨਹੀਂ ਕਿੰਨੇ ਕੁ ਬ੍ਰਹਿਮੰਡ ਸਮਾਏ ਹੋਏ ਨੇ। ਸਰੀਰ ਤੇ ਵੇਖੋ ਰੋਮ ਕਿੰਨੇ ਹੁੰਦੇ, ਕਰੋੜਾਂ ਛੋਟੇ ਛੋਟੇ ਰੋਮ ਹੁੰਦੇ ਨੇ, ਕੇਸ ਹੁੰਦੇ ਨੇ। ਪਰਮਾਤਮਾ ਦੇ ਇੱਕ ਰੋਮ ਵਿੱਚ ਦੇਰ ਆਰ ਮਿਲੀਅਨਸ ਆਫ ਗਲੈਕਸੀਜ਼, ਕੋਈ ਅੰਤ ਨਹੀਂ ਹੈ। ਕਿੰਨੇ ਕੁ ਖੰਡ ਬ੍ਰਹਿਮੰਡ ਨੇ, ਕੋਈ ਅੰਤ ਪਾ ਨਹੀਂ ਸਕਦਾ। ਮੂਰਖ ਬੰਦਾ ਹੈ ਜਿਹੜਾ ਦਾਵਾ ਕਰੇ ਅੰਤ ਪਾ ਲਵਾਂਗਾ। ਸਾਇੰਸ ਦੇ ਹੱਥ ਹਜੇ 1% ਵੀ ਕੁਝ ਨਹੀਂ ਆਇਆ, ਔਰ ਨਾ ਆ ਹੀ ਸਕੇਗਾ। ਹਾਂ, ਜਿਹੜੇ ਗਿਆਨ ਖੰਡ ਵਿੱਚ ਟਿਕ ਗਏ, ਉਹਨਾਂ ਦੀ ਪਹੁੰਚ ਸਾਇੰਸ ਨਾਲੋਂ ਵੀ ਵੱਧ ਗਈ, ਅਜ਼ਮਤਾਂ ਦੇ ਮਾਲਕ ਬਣ ਗਏ। ਖੰਡਾਂ ਬ੍ਰਹਿਮੰਡਾਂ ਵਿੱਚ ਕੀ ਵਾਪਰਦਾ ਹੈ, ਦਸਤਗੀਰ ਦੇ ਬੇਟੇ ਦੀ ਬਾਂਹ ਪਕੜ ਕੇ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ, ਅੱਖਾਂ ਮੁੰਦ ਲਓ, ਤੁਹਾਨੂੰ ਖੰਡਾਂ ਬ੍ਰਹਿਮੰਡਾਂ ਦੀ ਯਾਤਰਾ ਕਰਵਾ ਦੇਵਾਂ। ਤਾਂ ਦਸਤਗੀਰ ਨੇ ਇੱਕ ਸਵਾਲ ਕੀਤਾ ਸੀ, ਸਾਡੇ ਮੁਹੰਮਦ ਜੀ ਨੇ 14 ਤਬਕ ਦੱਸੇ ਨੇ। ਗੁਰੂ ਸਾਹਿਬ ਕਹਿੰਦੇ, ਜਿਹਨੇ 14 ਵੇਖੇ ਉਹਨੇ 14 ਦੱਸ ਦਿੱਤੇ। ਅਸੀਂ ਲੱਖਾਂ ਪਾਤਾਲ ਆਕਾਸ਼ ਵੇਖੇ ਨੇ, ਅਸੀਂ ਤੁਹਾਨੂੰ ਉਹ ਵਿਖਾ ਦਿੰਦੇ ਹਾਂ। ਗੁਰੂ ਨਾਨਕ ਜੋ ਚਾਹੇ ਕਰ ਸਕਦਾ ਹੈ। ਗੁਰ ਤੇ ਬਾਹਰ ਕਿਛ ਨਹੀਂ, ਗੁਰ ਕੀਤਾ ਲੋੜੇ ਸੋ ਹੋਏ। ਸੋ 5 ਖੰਡਾਂ ਚੋਂ ਇਹ ਦੂਸਰਾ ਖੰਡ ਹੈ, ਗਿਆਨ ਖੰਡ। ਕੱਲ੍ਹ ਨੂੰ ਫਿਰ ਆਪਾਂ ਤੀਸਰੇ ਖੰਡ ਰਾਹੀਂ ਆਪ ਸੰਗਤ ਦੇ ਨਾਲ ਸਾਂਝ ਪਾਉਣ ਦਾ ਯਤਨ ਕਰਾਂਗੇ, ਜਿਹਨੂੰ ਸਰਮ ਖੰਡ ਕਹਿੰਦੇ ਨੇ। ਇੱਥੇ ਹੀ ਵਿਚਾਰ ਨੂੰ ਸੰਕੋਚਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।